ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਦੋਹਰਾ ਸੈਲਨਾਥ ਆਏ ਸਕਲਾ ਪ੍ਰਥਮ ਕੇਸਰੀ ਚੰਦਾ। ਨਿਰਪਹੰਡੋਰ ਕਟੋਚੀਆ ਗਾਵਲੇਰੀ ਪਟ ਬਰੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਸਰਵਣ ਕਰੀਏ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਗੁਰੂ ਕੀਆਂ ਸਿੰਘਾਂ ਨੇ ਅੱਧੀ ਰਾਤ ਨੂੰ ਰਾਤ ਦੇ ਹਨੇਰੇ ਵਿੱਚ ਪਹਾੜੀਆਂ ਦੇ ਮੋਰਚਿਆਂ ਤੇ ਹਮਲਾ ਕੀਤਾ ਤੇ ਦਿਨ ਚੜ੍ਹਦੇ ਨੂੰ ਵੇਖਿਆ ਕਿ ਸੈਂਕੜੇ ਹੀ ਪਹਾੜੀਏ ਜਿਹੜੇ ਹਨ ਉਹ ਵੱਢੇ ਪਏ ਹਨ ਮੋਰਚਿਆਂ ਵਿੱਚ। ਬੜੇ ਚਿੰਤਾਤੁਰ ਹੋਏ ਭੀਮ ਚੰਦ ਵਰਗੇ, ਕੇਸਰੀ ਚੰਦ ਵਰਗੇ ਇਕੱਠੇ ਹੋ ਕੇ ਫਿਰ ਇਹ ਮੀਟਿੰਗ ਕਰਦੇ ਆ, ਸਲਾਹ ਮਸ਼ਵਰਾ ਕਰਦੇ ਆ। ਉਸ ਤੋਂ ਬਾਅਦ ਗੁਰੂ ਪਿਆਰੋ ਇਹਨਾਂ ਦੇ ਲੰਗਰ ਛਕਣ ਦਾ ਸਮਾਂ ਹੋ ਜਾਂਦਾ। ਲੰਗਰ ਖਾਂਦੇ ਨੇ ਆਪਣੇ ਤੰਬੂਆਂ ਵਿੱਚ ਜਾ ਕਰਕੇ ਜਿੱਥੇ ਇਹਨਾਂ ਦਾ ਲੰਗਰ ਚੱਲਦਾ ਹੈ, ਤੇ ਉਸ ਸਮੇਂ ਕੁਝ ਸਲਾਹਾਂ ਕਰਦੇ ਨੇ ਵੀ ਇਹਨਾਂ ਸਿੰਘਾਂ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲੇ 'ਚੋਂ ਕਿਵੇਂ ਕੱਢਿਆ ਜਾਵੇ। ਰੋਜ਼ਾਨਾ ਸਾਡੇ ਹਜ਼ਾਰਾਂ ਸਿਪਾਹੀ ਮਾਰੇ ਜਾਂਦੇ ਆ, ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ, ਤੇ ਸਾਡਾ ਇੰਨਾ ਨੁਕਸਾਨ ਜੇ ਰੋਜ਼ਾਨਾ ਹੁੰਦਾ ਰਿਹਾ ਤੇ ਅਸੀਂ ਥੋੜ੍ਹੇ ਦਿਨਾਂ ਵਿੱਚ ਹੀ ਖਤਮ ਹੋ ਜਾਵਾਂਗੇ। ਹੁਣ ਇਹ ਪਹਾੜੀਏ ਇਕੱਠੇ ਹੋ ਕੇ ਕੀ ਸਲਾਹ ਕਰਦੇ ਆ, ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੈਲਨਾਥ ਆਏ ਸਕਲ ਪ੍ਰਥਮ ਕੇਸਰੀ ਚੰਦਾ। ਨਿਰਪਹੰਡੋਰ ਕਟੋਚੀਆ ਗਵਲੇਰੀ ਭੱਟ ਬਰੰਦਾ। ਇਸ ਤਰ੍ਹਾਂ ਗੁਰੂ ਪਿਆਰਿਓ ਭੀਮ ਚੰਦ ਨੇ ਜਦ ਵੇਖਿਆ ਕਿ ਜਿੱਧਰ ਮੇਰੇ ਸਿਪਾਹੀਆਂ ਨੇ ਮੋਰਚਾਬੰਦੀ ਕੀਤੀ ਸੀ, ਗੁਰੂ ਕੇ ਸਿੱਖਾਂ ਨੇ ਸਾਡੇ ਅਨੇਕਾਂ ਹੀ ਫੌਜੀ ਮੋਰਚਿਆਂ ਵਿੱਚ ਬੈਠੇ ਹੋਏ ਮਾਰ ਦਿੱਤੇ ਅੱਧੀ ਰਾਤ ਨੂੰ ਆ ਕਰਕੇ। ਬੜਾ ਚਿੰਤਾਤੁਰ ਹੋਇਆ ਤੇ ਸਾਰੇ ਆਪੋ ਆਪਣੇ ਰਾਜਿਆਂ ਨੂੰ ਇਕੱਠੇ ਕਰਦਾ ਹੈ ਔਰ ਇਕੱਠੇ ਕਰਕੇ ਉਹਨਾਂ ਨਾਲ ਗੱਲਬਾਤ ਕਰਦਾ। ਤੇ ਜਿਸ ਵੇਲੇ ਸਾਰੇ ਪਹਾੜੀਏ ਰਾਜੇ ਆਏ, ਕੇਸਰੀ ਚੰਦ ਪਹਿਲਾਂ ਆਇਆ, ਫਿਰ ਹੰਡੋਰੀਆ,
ਫਿਰ ਕਟੋਚੀਆ ਅਤੇ ਗਵਾਲੀਅਰ ਦਾ ਰਾਜਾ ਜਿਹੜਾ ਹੈ ਇਹ ਪਹੁੰਚਿਆ ਜੀ। ਹਿਤਦਾਇਕ ਸਭ ਮਿਲ ਕਰ ਆਏ, ਭੀਮ ਚੰਦ ਸਨਮਾਨ ਬਿਠਾਏ। ਔਰ ਇਹ ਸਾਰੇ ਭੀਮ ਚੰਦ ਜਿਹੜਾ ਇਹਨਾਂ ਰਾਜਿਆਂ ਦਾ ਵੱਡਾ ਰਾਜਾ, ਜਿਹਦੀ ਬੜੀ ਦਹਿਸ਼ਤ ਹੈ ਸਾਰੇ ਰਾਜਿਆਂ ਤੇ, ਬਾਈ ਧਾਰ ਦੇ ਰਾਜਿਆਂ ਤੇ, ਇਹਦਾ ਹੁਕਮ ਮੰਨਦੇ ਨੇ। ਇਹ ਸਾਰੇ ਰਾਜੇ ਇਕੱਠੇ ਹੋ ਕੇ ਭੀਮ ਚੰਦ ਕੋਲ ਆ ਗਏ ਤੇ ਸਤਕਾਰ ਸਹਿਤ ਬਿਠਾਉਣੇ ਕੀਤੇ ਹਨ। ਸਭ ਕੋਲੇ ਸੰਗ ਗਇਓ ਰਸੋਈ, ਬਸਤਰ ਉਤਾਰ ਥਰੇ ਸਭ ਕੋਈ। ਕਹਿਣ ਲੱਗੇ ਚਲੋ ਪਹਿਲਾਂ ਲੰਗਰ ਤਿਆਰ ਹੋ ਗਿਆ, ਫਿਰ ਲੰਗਰ ਵੀ ਚਲਿਆ ਗਿਆ ਔਰ ਸਾਰਿਆਂ ਨੇ ਆਪਣੇ ਚੋਲੇ ਆਦਿ ਉਤਾਰ ਕਰਕੇ, ਵੱਡੇ ਕੱਪੜੇ ਲਾਹ ਕਰਕੇ ਸਰੀਰ ਤੋਂ ਲੰਗਰ ਛਕਣਾ ਕੀਤਾ ਹੈ। ਚਾਦਰ ਜਾਮਾ ਪਾਗ ਉਤਾਰੀ, ਏਕ ਉਪਰਨਾ ਕਰ ਮਹਤਾਰੀ। ਔਰ ਗੁਰੂ ਪਿਆਰਿਓ, ਇਹ ਹਿੰਦੂ ਮਤ ਦੇ ਲੋਕ ਹਨ, ਬ੍ਰਾਹਮਣ ਲੋਕ ਹਨ, ਸਾਰੇ ਪਹਾੜੀਏ ਆਦਿ, ਇਹ ਇੱਦਾਂ ਹੀ ਜਦੋਂ ਲੰਗਰ ਛਕਦੇ ਆ ਤੇ ਲਗਭਗ ਇਹ ਕੱਪੜੇ ਵਿੱਚ ਹੀ ਛਕਦੇ ਹਨ। ਇਹਨਾਂ ਨੇ ਪੱਗ ਵੀ ਲਾਹ ਦਿੱਤੀ ਹੈ, ਚੋਲਾ ਵੀ ਲਾਹ ਦਿੱਤਾ ਵੱਡਾ ਜੋ ਰਾਜੇ ਪਾਉਂਦੇ ਆ, ਔਰ ਲਾਹ ਕਰਕੇ ਤੇ ਇੱਕ ਚਾਦਰ ਜਿਹੜੀ ਹੈ ਜਾਂ ਸਾਫਾ ਜਿਹੜਾ ਹੈ ਆਪਣੇ ਪਿੰਡੇ ਤੇ ਲਿਆ ਹੈ। ਚਰਨ ਬਖਾਰਤਾ ਚੌਕੇ ਬਰੇ, ਨਿਜ ਨਿਜ ਆਸਨ ਪਰ ਨਿਰਪਥਰੇ। ਔਰ ਹੱਥ ਮੂੰਹ ਧੋ ਕੇ ਆਪੋ ਆਪਣੇ ਆਸਨਾਂ ਤੇ ਬੈਠ ਗਏ ਤੇ ਰਸੋਈਆ ਰਸੋਈ ਲੰਗਰ ਛਕਾਉਣ ਲੱਗਿਆ ਜੀ। ਆਗੇ ਸਭ ਕੇ ਧਰ ਪਨਵਾਰੇ, ਭਾਤ ਪਰਸ ਭਲੀ ਪ੍ਰਕਾਰੇ। ਤੋ ਪਤਲਾ ਰੱਖੀਆਂ ਗਈਆਂ ਤੇ ਪਤਲਾਂ ਦੇ ਵਿੱਚ ਇਹਨਾਂ ਸਾਰੇ ਰਾਜਿਆਂ ਨੂੰ ਭੋਜਨ ਪਰੋਸ ਦਿੱਤਾ ਹੈ। ਬਾਹਰ ਸਭ ਵਨੰ ਨਾਨਾ ਪਾਤਾ, ਸੂਪਕਾਰ ਤਵ ਧਰ ਧਰ ਜਾਤਾ। ਔਰ ਲਾਂਗਰੀ ਜਿਹੜੇ ਹਨ ਤਰ੍ਹਾਂ ਤਰ੍ਹਾਂ ਦੇ ਭੋਜਨ ਜੋ ਰਾਜਿਆਂ ਵਾਸਤੇ ਬਣਾਏ ਇਹਨਾਂ ਨੇ ਅੱਗੇ ਰੱਖ ਰਹੇ ਹਨ। ਖਾਣ ਲਗੇ ਜਬ ਕਾਰ ਉਠਾਏ, ਕਹਿ ਲੋਰੀ ਤਬ ਕੁਛ ਮੁਸਕਾਏ। ਤੇ ਜਦੋਂ ਇਹ ਲੰਗਰ ਛਕਣ ਵਾਸਤੇ ਕਹਿੰਦੇ ਇਹਨਾਂ ਨੇ ਬੁਰਕੀ ਤੋੜੀ ਹੈ ਤੇ ਰਾਜਾ ਭੀਮ ਚੰਦ ਕਹਿਲੂਰੀਆ ਕੁਝ ਹੱਸਿਆ, ਕੁਝ ਮਜ਼ਾਕ ਦੇ ਵਿੱਚ ਹੱਸਦਾ ਹੋਇਆ ਕਹਿੰਦਾ, ਦੇਖ ਕੇਸਰੀ ਚੰਦ ਦਿਸਾ ਕਾ, ਹਾਸ ਕਰਤ ਪਾਖਤ ਇਮਤਾ ਕਾ। ਰਾਜੇ ਕੇਸਰੀ ਚੰਦ ਵੱਲ ਦੇਖ ਕੇ ਹੱਸਦਾ ਹੋਇਆ ਕਹਿੰਦਾ, ਜਦੀ ਦਿਆ ਪਾਤਹ ਕਉ ਖਾਣੇ, ਇਸ ਕਾਰਨ ਕਰ ਛੋੜ ਪਿਆਣੇ। ਕਹਿੰਦਾ ਓਏ ਮੂਰਖੋ, ਤੁਸੀਂ ਇੱਥੇ ਕੇਵਲ ਆ ਭੋਜਨ ਖਾਣ ਵਾਸਤੇ ਆਏ ਹੋ, ਘਰ-ਬਾਰ ਆ ਲੰਗਰ ਖਾਣ ਵਾਸਤੇ ਛੱਡੇ ਹਨ। ਕਹਿੰਦਾ ਆਨੰਦ ਪਰਾ ਹੇਤ ਛਟਾਵਣਾ, ਲਰ ਗੋਬਿੰਦ ਸਿੰਘ ਗੁਰੂ ਹਟਾਵਣਾ। ਸਾਡਾ ਇਕੱਤਰ ਹੋਣ ਦਾ ਕੰਮ ਕੀ ਹੈ? ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਦੇ ਕਿਲੇ ਚੋਂ ਬਾਹਰ ਕੱਢਣਾ। ਇੱਥੇ ਆਏ ਸਭ ਦੇਹੋ ਬਤਾਈ, ਬੀਤੇ ਮਾਸ ਤੇ ਦਿਨ ਅਦਕਾਈ। ਦੱਸੋ ਕੀ ਕੰਮ ਆਇਓ? ਕੇਵਲ ਰੋਟੀਆਂ ਤੋੜਨ ਆਇਓ? ਕੁਛ ਫਿਕਰ ਕਰੋ, ਅਸੀਂ ਕਿੰਨੇ ਦਿਨਾਂ ਤੋਂ ਜੰਗ ਕਰ ਰਹੇ ਹਾਂ। ਗਾੜੀ ਗੜਹੀ ਲੋਹਗੜ ਨਾਮੋ, ਸੋਬੀ ਨਹੀਂ ਛੋਟੀ ਕਿਆ ਕਾਮੂ। ਬੀਤੇ ਮਾਸ ਤੇ ਦਿਨ ਅਧਕਾਈ, 1 ਮਹੀਨੇ ਤੋਂ ਉੱਤੇ ਸਮਾਂ ਬਤੀਤ ਹੋ ਗਿਆ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਤੋਂ, ਸਿੰਘਾਂ ਤੋਂ ਆ ਲੋਹਗੜ੍ਹ ਦੀ ਗੜੀ ਨਹੀਂ ਛਡਾ ਸਕੇ। ਹੋਰ ਤਾਂ ਅਸੀਂ ਕਰਨਾ ਕੀ ਹੈ? ਸਰਿਆ ਨਾ ਕੁਝ ਗੁਰ ਕਨ ਚੜਿਆਏ, ਵੀਰ ਹਜ਼ਾਰੋ ਮਾਰ ਖਪਾਏ। ਔਰ ਸਾਥੋਂ ਕੁਛ ਨਹੀਂ ਸਰਿਆ, ਔਰ ਗੁਰੂ ਦੇ ਸਿੱਖ ਰਾਤੀ ਚੜ ਕੇ ਆ ਗਏ ਔਰ ਮੋਰਚਿਆਂ ਦੇ ਵਿੱਚ ਸਾਡੇ ਯੋਧਿਆਂ ਨੂੰ, ਸਾਡੇ ਸੂਰਮਿਆਂ ਨੂੰ ਖਪਾ ਗਏ, ਮਾਰ ਗਏ ਜੀ। ਕਿਆ ਮੁਖ ਲੈ ਕਰ ਸਦਨ ਸਿਦਾਰਾ, ਕਹਿ ਗਿਰ ਪਰਤਨ ਕਹਾਂ ਜਗ ਸਾਰੋ। ਉਹ ਪਹਾੜੀਓ ਰਾਜਿਓ ਸੁਣੋ, ਕਿਹੜਾ ਮੂੰਹ ਲੈ ਕੇ ਆਪਣੇ ਰਾਜਾਂ ਨੂੰ ਜਾਓਗੇ ਤੇ ਲੋਕਾਂ ਦੀ ਜਿਹੜੀ ਹੈ ਗੱਲ ਸੁਣੋਗੇ ਕਿਵੇਂ ਤੁਸੀਂ ਹੁਣ? ਕਹਾਂ ਵੀਰਤਾ ਰਹੀ ਤੁਮਾਰੀ, ਮਿਲ ਸਭ ਲਰੇ ਸਰੀ ਨਹਕਾਰੀ। ਕੀ ਆਪਣੀ ਸੂਰਮ ਗਤੀ ਹੋਈ ਯਾਰ? ਆਪਾਂ ਇਕੱਠੇ ਹੋ ਕੇ ਸਾਰਿਆਂ ਨੇ ਹਮਲਾ ਵੀ ਕੀਤਾ ਪਰ ਗੁਰੂ ਗੋਬਿੰਦ ਸਿੰਘ ਤੋਂ ਕਿਲਾ ਨਹੀਂ ਛਡਾ ਸਕੇ, ਇਹਨਾਂ ਨੂੰ ਅਨੰਦਪੁਰ ਚੋਂ ਨਹੀਂ ਕੱਢ ਸਕੇ। ਅਸੀਂ ਕਾਦੇ ਸੂਰਮੇ ਹਾਂ? ਏਕ ਗੁਰ ਪੁਨ ਦੇਸ ਬਹੀਨਾ, ਚਮੂ ਨਾ ਕਹਿ ਇੱਕ ਪੰਥ ਨਵੀਨਾ। ਓਏ ਅਸੀਂ ਜੱਦੀ ਪੁਸ਼ਤੀ ਪੁਰਾਣੇ ਰਾਜੇ, ਸਾਡੇ ਕੋਲੇ ਫੌਜਾਂ
ਤੇ ਗੁਰੂ ਗੋਬਿੰਦ ਸਿੰਘ ਕੱਲਾ ਥੋੜੇ ਜਿਹੇ ਸਿੱਖ ਨਾਲ ਨਵਾਂ ਨਵਾਂ ਇਹਨੇ ਪੰਥ ਸਾਜਿਆ ਹਜੇ। ਪਿਓ ਉਪਾਏ ਨਾ ਕਿਸ ਤੇ ਕੋਈ, ਪਚਹਾਰੇ ਪਰਬਤ ਪਤ ਜੋਈ। ਉਹ ਰਾਜਿਓ ਸੋਚੋ, ਸਾਥੋਂ ਕੁਛ ਵੀ ਨਹੀਂ ਹੋਇਆਗਾ। ਇਹ ਜਿਹੜਾ ਗੁਰੂ ਗੋਬਿੰਦ ਸਿੰਘ ਹੈ ਨਵਾਂ ਨਵਾਂ ਇਹਨੇ ਪੰਥ ਸਾਜਿਆ ਤੇ ਸਾਡੀਆਂ ਫੌਜਾਂ ਨੂੰ ਇਹਦੇ ਸਿੰਘ ਖਪਾ ਰਹੇ ਹਨ। ਸਾਹੋ ਆਏ ਸਗਰੇ ਇਮ ਕਹਾਂ ਸੋ ਜਸ ਤੁਮਰਾ ਤਵ ਰਹਿ। ਜਦ ਕੱਲ ਨੂੰ ਘਰਾਂ ਨੂੰ ਜਾਵਾਂਗੇ ਤੇ ਦੁਨੀਆ ਸਾਨੂੰ ਤਾਨੇ ਮਾਰੂਗੀ, ਕਹੇ ਸੀ ਗੁਰੂ ਗੋਬਿੰਦ ਸਿੰਘ ਨੂੰ ਕਿਲੇ ਚੋਂ ਕੱਢਣ, ਆ ਮੂੰਹ ਦੀ ਖਾ ਕੇ ਤੇ ਫੌਜਾਂ ਮਰਵਾ ਕੇ ਮੁੜ ਆਏ ਹਨ। ਇਸ ਤੇ ਆਛੀ ਲਰਤ ਨਾ ਜਾਵੈ, ਭਰਮ ਸਮੇਤ ਹੋਤੇ ਹਮ ਸਭ। ਇਦੋਂ ਤਾਂ ਚੰਗਾ ਹੁੰਦਾ ਆਪਾਂ ਲੜਾਈ ਸ਼ੁਰੂ ਨਾ ਕੀਤੀ ਹੁੰਦੀ। ਘੱਟੋ ਘਾਟੇ ਵਹਿਮ ਤਾਂ ਬਣਿਆ ਰਹਿੰਦਾ ਸਾਰਿਆਂ ਵਿੱਚ ਵੀ ਰਾਜੇ ਬੜੇ ਤਕੜੇ ਐ। ਹੁਣ ਤਾਂ ਸਾਡੀ ਪੋਲ ਵੀ ਖੁੱਲ ਗਈ ਹੈ ਕਿ ਪਹਾੜੀਆਂ 'ਚ ਕੋਈ ਤਾਕਤ ਨਹੀਂ, ਇਹ ਕੁਛ ਨਹੀਂ ਕਰ ਸਕਦੇ। ਰਾਤ ਮੋਰਚਾ ਮਾਰ ਖਪਾਇਓ, ਸਪਟ ਬਰਿੰਦ ਕੋ ਨਹਿ ਅਟਕਾਇਓ। ਰਾਤ ਸਿੰਘਾਂ ਨੇ ਸਾਡੇ ਮੋਰਚੇ ਵਾਲੇ ਫੌਜੀਆਂ ਤੇ ਹਮਲਾ ਕਰ ਦਿੱਤਾ ਔਰ ਕਿੰਨੇ ਹੀ ਫੌਜੀ ਜਿਹੜੇ ਸਨ ਉਹ ਮਾਰ ਦਿੱਤੇ ਹਨ। ਸਭ ਪੁਰਾਤਨ ਕੀ ਮਸਲਤਾ ਕਰੇ, ਲਸਕਰ ਘਣੋ ਮੇਲ ਕਰ ਲਰੇ। ਆਪਾਂ ਸਾਰੇ 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋ ਕੇ ਫੌਜਾਂ ਨੂੰ ਇਕੱਠੇ ਕਰਕੇ ਲੜਨਾ ਕੀਤਾ। ਆਵ ਤਮ ਕਰਹੁ ਵਿਚਾਰਨ ਸਾਰੀ, ਕਿਮ ਰਹਿ ਆਵੈ ਲਾਜ ਹਮਾਰੀ। ਯਾਰ ਕੱਲੇ ਇੱਥੇ ਨਾ ਚੌਲ ਖਾਣ ਨਹੀਂ ਆਏ, ਤੁਸੀਂ ਰੋਟੀਆਂ ਖਾਣ ਨਹੀਂ ਆਏ ਗਏ। ਸੋਚੋ ਕੁਝ ਇਕੱਠੇ ਹੋ ਕੇ ਕਿ ਜਿਹੜੀ ਆਪਣੀ ਪੋਲ ਖੁੱਲ ਗਈ ਹੈ ਵੀ ਆਪਾਂ ਕੁਝ ਨਹੀਂ ਕਰ ਸਕਦੇ। ਦੇਖ ਲਿਆ ਲੋਕਾਂ ਨੇ ਕਿ ਗੁਰੂ ਕੇ ਸਿੰਘਾਂ ਨਾਲ ਇਹਨਾਂ ਨੇ ਲਗਾਤਾਰ 3 ਵਾਰੀ ਹਮਲਾ ਕੀਤਾ ਹੈ ਤੇ 3 ਵਾਰੀ ਮੂੰਹ ਦੀ ਖਾ ਕੇ ਭੱਜੇ ਹਨ। ਔਰ ਅੱਜ ਰਾਤ ਨੂੰ ਤਾਂ ਇਹਨਾਂ ਸਿੱਖਾਂ ਨੇ ਸਾਡੇ ਮੋਰਚਿਆਂ ਵਿੱਚ ਬੈਠੇ ਸਿਪਾਹੀਆਂ ਤੇ ਹਮਲਾ ਕਰ ਦਿੱਤਾ ਔਰ ਹਜ਼ਾਰਾਂ ਫੌਜੀ ਮਾਰ ਕੇ ਸਹੀ ਸਲਾਮਤ ਜਾ ਕੇ ਕਿਲੇ 'ਚ ਵੜ ਗਏ। ਹੁਣ ਸੋਚੋ ਕੁਝ, ਇਦੋਂ ਤਾਂ ਜਾਂ ਤਾਂ ਲੜਦੇ ਨਾ, ਤੇ ਜੇ ਲੜਾਈ ਵਿੱਢੀ ਹੈ ਤੇ ਹੁਣ ਕੁਝ ਕਰਕੇ ਵੇਖੀਏ। ਇਸ ਕਰਕੇ ਸੋਚੋ ਸਾਰੇ ਆਪਣੀ ਇੱਜ਼ਤ ਕਿਵੇਂ ਰਹਿੰਦੀ ਹੈ। ਕਰ ਸੋਇਓ ਕੇਸਰੀ ਚਾਂਦਾ, ਕਿਆ ਮਸਲਤ ਹਮ ਕਰਨ ਬਿਲੰਦਾ। ਇਹ ਸੁਣ ਕੇ ਕੇਸਰੀ ਚੰਦ ਚਮਕਿਆ, ਹੰਕਾਰ ਦੇ ਵਿੱਚ ਮਤਲਬ ਬੋਲਿਆ, ਗੁੱਸੇ 'ਚ ਆ ਗਿਆ। ਕਹਿੰਦਾ ਅਸੀਂ ਕਿਹੜੀ ਵੱਡੀ ਸਲਾਹ ਕੀਤੀ ਆ ਹਜੇ ਤੱਕ। ਦੇਖੋ ਕਾਲ ਹੋਏ ਸੰਗਨ ਮੇਰਾ, ਸਿੰਘਨ ਕਰ ਲਥੇਰ ਬਥੇਰਾ। ਤੋ ਕੇਸਰੀ ਚੰਦ ਹੰਕਾਰ ਵਿੱਚ ਕਹਿਣ ਲੱਗਿਆ, ਦੇਖਿਓ ਤਾਂ ਸਹੀ, ਕੱਲ ਨੂੰ ਫਿਰ ਮੈਨੂੰ ਬਾਗਡੋਰ ਦਿਓ ਜੰਗ ਦੀ। ਕਹਿੰਦਾ ਮੈਂ ਕਰੂੰਗਾ ਸਿੱਖਾਂ ਨੂੰ ਲੱਥ ਪੱਥ। ਕਹਿ ਲੋਕੜ ਨਾਮ ਕਠੋਰਾ, ਕਾਗਤਾ ਸਿਕਤਾ ਸਮ ਦਿਓ ਫੋਰਾ। ਜਿਹੜੇ ਲੋਹਗੜ੍ਹ ਦੇ ਕਿਲੇ ਨੂੰ ਤੁਸੀਂ ਕਹਿੰਦੇ ਹੋ ਨਾ ਬੜਾ ਤਕੜਾ ਹੈ, ਮੈਂ ਕਾਗਜ਼ ਦੀ ਨਿਆਈ ਭੰਨ ਦੇਵਾਂਗਾ, ਪਾੜ ਦੇਵਾਂਗਾ। ਮੈਂ ਫੌਜ ਲੈ ਕੇ ਲੋਹਗੜ੍ਹ ਦੇ ਕਿਲੇ ਵਿੱਚ ਵੜ ਜਾਵਾਂਗਾ। ਮਸਤ ਮਤੰਗ ਮਹਾਬਲ ਤਾਮੂ, ਆਵੈ ਪਨ ਹਮਰੇ ਕਿਸ ਕਾਮੂ। ਉਹ ਜਿਹੜਾ ਆਪਣੇ ਕੋਲੇ ਮਸਤ ਹਾਥੀ ਹੈ ਸ਼ਰਾਬ ਪੀਣ ਵਾਲਾ, ਉਹ ਕਦੋਂ ਕੰਮ ਆਵੇਗਾ? ਕੱਲ ਤੋਂ ਮਸਤ ਹਾਥੀ ਤੋਂ ਹੀ ਆਪਾਂ ਨੇ ਕੰਮ ਲੈਣਾ ਹੈ। ਚਾਹੋਂ ਦਿਸਨ ਕਾ ਤਜ ਕਹਿ ਕੇਰਾ, ਸਗਰੀ ਚਮੂ ਕਰਹੁ ਸੰਗ ਮੇਰਾ। ਤੁਸੀਂ ਸਾਰੀ ਫੌਜ ਮੈਨੂੰ ਦਿਓ, ਮੇਰੇ ਮਗਰ ਚੱਲੋ ਸਾਰੀ ਫੌਜ, ਔਰ ਇਹ ਘੇਰਾ ਛੱਡ ਕੇ ਇਕੱਠੇ ਹੋ ਜਾਓ। ਹੋਏ ਸਨਮੁਖ ਤੋਰਹ ਦਰਵਾਜਾ, ਦੁੰਦਵ ਢੋਲਨਾ ਲੈ ਸਭ ਬਾਜਾ। ਸਾਰੇ ਆਪਣੇ ਨਗਾਰੇ ਢੋਲ ਵਜਾਉਂਦੇ ਹੋਏ ਮੇਰੇ ਮਗਰ ਚੱਲਿਓ। ਮੈਂ ਬੈਠਾ ਹੋਊਗਾ ਮਸਤ ਹਾਥੀ ਤੇ ਹਾਥੀ ਦੀ ਮਾਰ ਕੇ ਟੱਕਰ ਲੋਹਗੜ੍ਹ ਦੇ ਕਿਲੇ ਨੂੰ ਤੋੜ ਕੇ ਅਸੀਂ ਉਹਦੇ ਵਿੱਚ ਵੜ ਜਾਣਾ ਜੀ। ਕਿੰਤਕ ਸਿੰਘ ਹੈ ਅਟਕਹਿ ਆਗੇ, ਹੋਏ ਕਤਲ ਕਰ ਪੇਖਾ ਕਹਿ ਭਾਗੇ। ਉਸ ਮਸਤ ਹਾਥੀ ਦੇ ਸਾਹਮਣੇ ਜਿਹਨੂੰ ਸ਼ਰਾਬ ਪਿਆ ਕੇ ਮਸਤ ਕਰਾਂਗੇ ਤੇ ਉਸ ਨੂੰ ਜਦ ਇਹਨਾਂ ਦੇ ਕਿਲੇ ਵਿੱਚ ਵਾੜ ਦਿੱਤਾ, ਫਿਰ ਸਿੰਘ ਕਿੰਨਾ ਕੁ ਚਿਰ ਸਾਡੇ ਹਾਥੀ ਦੇ ਸਾਹਮਣੇ ਅੜਨਗੇ? ਸਾਡੇ ਹਾਥੀ ਨੇ ਸਿੰਘਾਂ ਨੂੰ ਵੱਢ ਦੇਣਾ ਹੈ। ਕਿਉ ਆਲਸ ਕੋ ਤਰ ਥਿਰ ਹੋਏ, ਜੰਗ ਮਾਰ ਦੇਖੋ ਸਭ ਕੋਏ। ਕਹਿਣ ਲੱਗੇ ਕੱਲ ਨੂੰ ਮੇਰੀ ਜੰਗ ਦੇਖਿਓ, ਫਿਰ ਹਜੇ ਤੱਕ ਆਪਾਂ ਵੱਡੀ ਸਲਾਹ ਕੀਤੀ ਕੋਈ ਨਹੀਂ ਗੀ ਹੈਗੀ, ਇਸ ਕਰਕੇ ਕੱਲ ਨੂੰ ਦੇਖਿਓ। ਤਿਮ ਬਾਤੈ ਕਰ ਭੋਜਨ ਖਾਤੇ, ਉਠੇ ਬਾਰਿਸ ਤੇ ਦ੍ਰਿਗ ਰਾਤੇ। ਕਿਉਂ ਤੁਸੀਂ ਚਿੰਤਾ ਕਰਦੇ ਹੋ ਭੀਮ ਚੰਦ? ਕੱਲ ਨੂੰ ਮੇਰਾ ਜੰਗ ਦੇਖਿਓ। ਇਉਂ ਗੱਲਾਂ ਬਾਤਾਂ ਕਰਦਿਆਂ ਇਹਨਾਂ ਨੇ
ਭੋਜਨ ਛਕ ਲਿਆ ਹੈ। ਸਵਾ ਲਗਾਏ ਫਿਰ ਸਭ ਰਾਜੇ ਨਿਸ਼ਚੈ ਕਰਨ ਆਪਣਾ ਕਾਜੇ। ਔਰ ਹੁਣ ਸਾਰੇ ਰਾਜਿਆਂ ਨੇ ਇਹ ਗੱਲ ਸੁਣ ਕੇ ਤਸੱਲੀ ਕੀਤੀ ਹੈ, ਸ਼ੁਕਰ ਹੈ ਹੁਣ ਸਾਡਾ ਕੰਮ ਹੋ ਸਕਦਾ ਹੈ। ਜਿਹੜੀ ਕੇਸਰੀ ਚੰਦ ਨੇ ਬਿਆਨ ਦੱਸੀ ਹੈ ਬੜੀ ਵਧੀਆ। ਹਾਥੀ ਨੂੰ ਮਸਤ ਕਰਕੇ ਸ਼ਰਾਬ ਪਿਆ ਕੇ ਕਿਲੇ ਦੇ ਵਿੱਚ ਵਾੜ ਦਿਆਂਗੇ, ਕਿਲੇ ਦਾ ਗੇਟ ਭੰਨ ਕੇ ਤੇ ਬਸ ਫਿਰ ਜਦ ਵਿੱਚ ਵੜ ਗਏ ਸਿੰਘਾਂ ਨੂੰ ਆਏ ਮੋਢਿਆਂ ਤੋਂ ਫੜ ਲਾਂਗੇ। ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਉਹ ਸਿੰਘ ਹੈ, ਉਹਨਾਂ ਦਾ ਨਾਮ ਸਿੰਘ ਰੱਖਿਆ ਹੋਇਆ ਹੈ। ਇਹ ਗੁਰੂ ਸਾਹਿਬ ਨੇ ਕਿਸੇ ਕਾਰ ਨਹੀਂ ਰੱਖਿਆ। ਸਿੰਘ ਸ਼ਬਦ ਸ਼ੇਰ ਦਾ ਵੀ ਨਾਮ ਹੈ। ਇਸ ਕਰਕੇ ਗੁਰੂ ਪਿਆਰਿਓ ਇਹਨਾਂ ਨੇ ਸੋਚਿਆ ਕਿ ਆ ਤਾਂ ਵਧੀਆ ਵਿਉਂਤ ਕੇਸਰੀ ਚੰਦ ਵਾਲੀ। ਹਾਥੀ ਨੂੰ ਸ਼ਰਾਬ ਪਿਆ ਕੇ ਕਿਲੇ ਦਾ ਗੇਟ ਤੋੜ ਕੇ ਲੋਹਗੜ੍ਹ ਦੇ ਵਿੱਚ ਵੜ ਜਾਵਾਂਗੇ। ਸਾਵਣ ਸੁਨਾਵਤ ਕਹਗਾ ਉਲੇਰੀ ਅਬ ਲਾਲਰ ਜੀਤ ਨਹਿਰੀ। ਔਰ ਗੁਲੇਰੀਆ ਰਾਜਾ ਕਹਿਣ ਲੱਗਿਆ, ਗੁਲੇਰ ਦਾ ਰਾਜਾ ਕਹਿੰਦਾ ਹਜੇ ਤੱਕ ਤਾਂ ਸਾਡੀ ਕੋਈ ਜਿੱਤ ਨਹੀਂ ਹੋਈ, ਦੇਖ ਲਓ ਹੋ ਸਕਦਾ ਕੱਲ ਨੂੰ ਹੋ ਜੇ ਕੰਮ। ਪਰ ਕਾ ਕੇਰਾ ਸਿਧ ਨਾ ਹੋਇਆ ਆਵਤ ਜਾਤੇ ਦਾਵਾ ਨਾ ਜੋਇਓ। ਔਰ ਅਸੀਂ ਕਿੱਦਣ ਦਾ ਘੇਰਾ ਪਾਇਆ ਅਨੰਦਪੁਰ ਸਾਹਿਬ ਨੂੰ, ਔਰ ਹਜੇ ਤੱਕ ਅਸੀਂ ਇਹਨਾਂ ਦਾ ਕੁਝ ਵਿਗਾੜ ਨਹੀਂ ਸਕੇ। ਅਸੀਂ ਤਾਂ ਬਾਹਰੋਂ ਆਉਣ ਵਾਲਾ ਰਾਸ਼ਨ ਪਾਣੀ ਵੀ ਇਹਨਾਂ ਦਾ ਬੰਦ ਨਹੀਂ ਕਰ ਸਕੇ। ਲਰਨ ਸਮਾਜ ਅਨਬਹ ਤੇਰਾ ਲੈ ਪਰਵੇਸ ਪੈ ਕੇ ਤਕਬੇਰਾ। ਇਸ ਕਰਕੇ ਸਾਥੋਂ ਕੋਈ ਕਾਰਜ ਨਹੀਂ ਹੋ ਸਕਿਆ। ਅਸੀਂ ਲੜਾਈ ਜਾਰੀ ਰੱਖਣ ਵਾਸਤੇ ਸਾਜੋ ਸਮਾਨ ਅਨਾਜ ਬਹੁਤ ਇਕੱਠਾ ਕੀਤਾ। ਸੋਨਾ ਨਿਰਪਹ ਡੋਰੀ ਤਬ ਕਹੇ ਘੇਰਾ ਨਹੀਂ ਨੀਕ ਵਿਦ ਰਹੇ। ਔਰ ਸਿੰਘ ਜਿਹੜੇ ਹਨ ਸਾਡਾ ਰਾਸ਼ਨ ਵੀ ਖੋਹ ਲੈ ਕੇ ਜਾਂਦੇ ਹਨ, ਕਿਉਂਕਿ ਰਾਤ ਨੂੰ ਸਿੰਘਾਂ ਨੇ ਹਮਲਾ ਕਰਨਾ, 2-4 ਨੇ ਨਿਕਲਣਾ ਬਾਹਰ, ਔਰ ਜਿੱਥੇ ਵੇਖਣਾ ਇਹਨਾਂ ਪਹਾੜੀਆਂ ਦਾ ਰਾਸ਼ਨ ਪਿਆ ਇਕੱਠਾ ਕੀਤਾ ਉੱਥੋਂ ਚੱਕ ਕੇ ਬੋਰੀਆਂ ਵੜ ਜਾਣਾ ਅੰਦਰ। ਇਸ ਤਰ੍ਹਾਂ ਇਹ ਬੜੇ ਦੁਖੀ ਹੋ ਗਏ ਤੇ ਨਿਰਪਹ ਡੋਰੀਆ ਰਾਜਾ ਕਹਿਣ ਲੱਗਿਆ ਨਹੀਂ ਨਹੀਂ ਘੇਰਾ ਨਹੀਂ ਤੋੜਨਾ ਹਲੇ। ਇਕੱਠੇ ਕਰ ਭੱਟ ਸਨਮੁਖ ਚਲ ਮਸਤ ਮਤੰਗ ਦਵਾਰ ਕੋ ਭਿਲੈ। ਕਹਿਣ ਲੱਗਿਆ ਘੇਰਾ ਇਸੇ ਤਰ੍ਹਾਂ ਬਣਾਈ ਰੱਖੋ ਔਰ ਕੁਝ ਫੌਜ ਇਕੱਠੀ ਕਰਕੇ ਅਸੀਂ ਵਾਕਿਆ ਕੇਸਰੀ ਚੰਦ ਦੀ ਸਲਾਹ ਮੁਤਾਬਕ ਇਹਦੇ ਹਾਥੀ ਦੇ ਮਗਰ ਚੱਲਾਂਗੇ। ਤੋਮਰ ਤਪਕ ਤੀਰ ਤਰਵਾਰ ਅਰ ਅਗਰ ਤਹ ਤਤ ਛਿਨ ਮਾਰ। ਇਹਦੀ ਜੁਗਤੀ ਵੀ ਵਰਤ ਕੇ ਦੇਖ ਲਓ, ਸ਼ਾਇਦ ਆਪਣੇ ਇਹ ਜੁਗਤੀ ਚੱਲ ਜਾਵੇ। ਔਰ ਆਪਣੇ ਨਾਲ ਤੋਮਰ ਤੁਪਕ ਤੀਰ ਤਲਵਾਰਾਂ ਆਪਣੇ ਨਾਲ ਲੈ ਕੇ ਚੱਲੋ। ਇਹਨਾਂ ਦੇ ਪਿੱਛੇ ਹੀ ਨੇਜੇ ਬੰਦੂਕਾਂ ਤੀਰ ਤਲਵਾਰਾਂ ਫੜ ਕੇ ਨਾਲ ਲੈ ਚੱਲੋ। ਜੇ ਸਿੱਖ ਅੱਗੋਂ ਅੜਨਗੇ ਤਾਂ ਆਪਾਂ ਮਾਰ ਦੇਵਾਂਗੇ। ਪਰਸੈ ਨਹੀਂ ਚਮੋ ਤਿਸ ਵਾਰੀ ਗਮਨ ਹੈ ਬਾਂਦੇ ਚੌਂਗ ਅਗਾਰੀ। ਚੁੰਗ ਹੁੰਦਾ ਇਕੱਠੇ ਹੋ ਕੇ, ਜਦੋਂ ਅਸੀਂ ਇਕੱਠੇ ਹੋ ਕੇ ਇੱਕਦਮ ਗੇਟ ਦੇ ਵਿੱਚ ਵੜ ਗਏ ਕਿਲੇ ਦੇ ਤੇ ਫੇਰ ਆਪਣਾ ਕੀ ਵਿਗਾੜ ਦੇਣਗੇ। ਆਪਾਂ ਜਾ ਕੇ ਸਿੰਘਾਂ ਨੂੰ ਜਿਹੜੇ ਲੋਹਗੜ੍ਹ ਦੇ ਕਿਲੇ 'ਚ ਬੈਠੇ ਆ ਫੜ ਲਵਾਂਗੇ। ਇਸ ਕਰਕੇ ਇਹਨਾਂ ਨੇ ਇਹ ਸਲਾਹ ਬਣਾ ਲਈ ਹੈ। ਹੱਥ ਹਾ ਲੋਹਗੜ੍ਹ ਕਾਰਜ ਭਲਾ ਬਾਹਰ ਸੈਰ ਦਿਸ ਸੁਖ ਸੋ ਚਲ। ਕਿਉਂਕਿ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਕਿਲਾ ਅਨੰਦਪੁਰ ਸਾਹਿਬ ਇਹ ਸੈਂਟਰ ਦੇ ਵਿੱਚ ਹੈ ਤੇ ਇਹਦੇ ਚਾਰੇ ਪਾਸੇ ਪਾਤਸ਼ਾਹ ਨੇ ਬਿਉਂਤਬੰਦੀ ਨਾਲ 4 ਕਿਲੇ ਬਣਾਏ ਅਨੰਦਪੁਰ ਸ਼ਹਿਰ ਦੀ ਰੱਖਿਆ ਦੇ ਵਾਸਤੇ। ਤੇ ਲੋਹਗੜ੍ਹ ਜਿਹੜਾ ਹੈ ਇੱਕ ਪਾਸੇ ਬਣਿਆ ਹੋਇਆ ਦੱਖਣ ਵਾਲੀ ਵਾਹੀ ਤੇ। ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਨੇ ਸੋਚਿਆ ਵੀ ਆਪਾਂ ਕਿਉਂ ਨਾ ਦੱਖਣ ਵਾਲੇ ਪਾਸਿਓਂ ਵੜੀਏ ਔਰ ਲੋਹਗੜ੍ਹ ਦੇ ਕਿਲੇ ਨੂੰ ਭੰਨ ਕੇ ਫਿਰ ਸ਼ਹਿਰ ਦੇ ਵਿੱਚ ਵੜਨਾ ਸੌਖਾ ਹੋ ਜਾਵੇਗਾ, ਫਿਰ ਅਨੰਦਪੁਰ ਦੇ ਵਿੱਚ ਵੜ ਜਾਵਾਂਗੇ। ਇਹ ਸੋਚ ਕਰਕੇ ਸਲਾਹ ਕਰਕੇ ਇਹਨਾਂ ਨੇ ਉੱਠਣਾ ਕੀਤਾ ਹੈ ਜੀ। ਭਾਜੈ ਗੁਰੂ ਕਿੰਦਾ ਮਿਲ ਪਰ ਇਸ ਪ੍ਰਕਾਰ ਤੇ ਕਾਰਜ ਸਰ। ਤੇ ਜਦੋਂ ਅਸੀਂ ਲੋਹਗੜ੍ਹ ਦਾ ਗੇਟ ਭੰਨ ਲਿਆ, ਕਿਲਾ ਤੋੜ ਲਿਆ, ਫਿਰ ਉਹਦੇ ਵਿੱਚੋਂ ਦੀ ਲੰਘ ਜਾਵਾਂਗੇ। ਫਿਰ ਜਾਂ ਤਾਂ ਗੁਰੂ ਆਪਣੇ ਸਿੱਖਾਂ ਨੂੰ ਲੈ ਕੇ ਭੱਜ ਜਾਊਗਾ ਜਾਂ ਫਿਰ ਸਾਡੇ ਨਾਲ ਮੇਲ ਕਰ ਲਵੇਗਾ। ਮੰਡਸਪਤੀ ਸੁਨਤ ਸਵਮਤ ਕਾ ਬੋਲਿਆ ਬਾਕ ਦੇਖ ਗਰਵਤ ਕਾ। ਔਰ ਮੰਡੀ ਦਾ ਰਾਜਾ ਸਕੇਤ ਮੰਡੀ, ਪਹਾੜਾਂ ਦੇ ਵਿੱਚ ਇੱਕ ਧਾਰ ਹੈ ਸਕੇਤ ਮੰਡੀ ਦੀ। ਇਹ ਸਕੇਤ ਮੰਡੀ ਦਾ ਰਾਜਾ ਕੁਝ ਗੁਰੂ ਦਾ ਸ਼ਰਧਾਲੂ ਸੀਗਾ। ਇਹ ਜਾਣਦਾ ਸੀਗਾ ਗੁਰੂ ਨਾਨਕ ਦੀ ਕਰਾਮਾਤੀ ਸ਼ਕਤੀ ਨੂੰ, ਰਹਿਮਤਾਂ ਨੂੰ। ਇਹ ਮੰਡੀ ਦਾ ਰਾਜਾ ਕਹਿਣ ਲੱਗਿਆ ਇਹਨਾਂ ਦਾ ਹੰਕਾਰ ਦੇਖ ਕਰਕੇ ਸ੍ਰੀ ਨਾਨਕ ਗਾਦੀ ਵਡ ਭਾਰੀ ਮੀਰ ਪੀਰ ਸਭ ਨਿਵੈ ਅਗਾਰੀ। ਕਹਿੰਦਾ ਤੁਸੀਂ ਮੂਰਖ ਹੋ ਚੁੱਕੇ ਹੋ। ਇਹ ਗੁਰੂ ਨਾਨਕ ਦੀ ਗੱਦੀ ਹੈ,
ਇਹਦੇ ਅੱਗੇ ਤਾਂ ਵੱਡੇ ਵੱਡੇ ਮੀਰ ਭਾਵ ਰਾਜੇ ਤੇ ਪੀਰ ਸਾਈਂ ਮੀਆਂ ਮੀਰ ਵਰਗੇ ਵੱਡੇ ਵੱਡੇ ਪੀਰ ਵੀ ਝੁਕਦੇ ਆਏ ਹਨ। ਤਮ ਤੇ ਕਮ ਹੋਵੇ ਸੋਹੀਨਾ ਸ੍ਰੀ ਹਰਿ ਗੋਬਿੰਦ ਸੰਗਰ ਕੀ। ਯਾਦ ਕਰੋ ਇਹਨਾਂ ਦੇ ਦਾਦੇ ਦੀ ਲੜਾਈ ਪਹਿਲਾਂ ਹੋਈ ਆ, ਲੋਕਾਂ ਨੂੰ ਪਤਾ ਹੀ ਹੋਣਾ, ਪਹਾੜੀਆਂ ਨੂੰ ਪਤਾ ਹੋਣਾ। ਯਾਦ ਕਰੋ ਇਹਨਾਂ ਦੇ ਦਾਦੇ ਹਰਗੋਬਿੰਦ ਸਾਹਿਬ ਦੀ ਲੜਾਈ ਕੈਸੀ ਸੀ, ਤੁਸੀਂ ਇਹਨਾਂ ਨੂੰ ਕਿਵੇਂ ਹਰਾ ਦਿਓਗੇ। ਸਾਹ ਚਮੋ ਤਾ ਫਿਰ ਕਰ ਹਾਰਿਓ ਪਣ ਮਨ ਤੇ ਰਿਸ ਕਰ ਨਿਰਵਾਰਿਓ। ਔਰ ਤੁਸੀਂ ਦੇਖਿਆ ਸੁਣਿਆ ਕਦੇ ਸ਼ਾਹਜਹਾਨ ਦੀ ਫੌਜ 4 ਵਾਰੀ ਹਾਰ ਹਾਰ ਕੇ ਵਾਪਸ ਗਈ ਹੈ। ਅਖੀਰ ਬਾਦਸ਼ਾਹ ਨੇ ਮਨ ਵਿਚਲਾ ਗੁੱਸਾ ਛੱਡ ਦਿੱਤਾ, ਭਾਵ ਆਪ ਹੀ ਨਾਰਮਲ ਹੋ ਗਿਆ, ਕਿਉਂਕਿ ਉਹਨੂੰ ਵੀ ਵਜ਼ੀਰ ਖਾਂ ਵਰਗੇ ਵਜ਼ੀਰਾਂ ਨੇ ਸਮਝਾਇਆ, ਰਾਜਾ ਸਾਹਿਬ ਇਸ ਘਰ ਨਾਲ ਲੜਕੇ ਪੂਰੇ ਨਹੀਂ ਆ ਸਕਦੇ। ਹਾਂ ਜੋ ਸ਼ਰਨੀ ਆਵੇ ਤਿਸ ਕੰਠ ਲਗਾਵੇ, ਅੜੇ ਸੋ ਚੜੇ ਸ਼ਨ ਪਰੇ ਸੋ ਤਰੇ। ਤਾਂ ਉਹਨੇ ਵੀ ਗੁੱਸਾ ਛੱਡ ਕੇ ਗੁਰੂ ਘਰ ਦੇ ਨਾਲ ਲੜਾਈ ਬੰਦ ਕਰ ਦਿੱਤੀ ਸੀ। ਭਇਓ ਨਾ ਵਿਚਾਰਤ ਆਪਨ ਲੜਾਈ ਲੜਤ ਮਰਤ ਜੈ ਪੀ ਕਬ ਪਾਈ। ਕਿਉਂ ਨਹੀਂ ਤੁਸੀਂ ਸੋਚਦੇ ਲੜ ਕੇ ਮਰ ਕੇ ਕਿ ਤੁਸੀਂ ਜਿੱਤ ਪਾ ਸਕਦੇ ਹੋ ਕਦੇ। ਹਰਗੋਬਿੰਦ ਸਾਹਿਬ ਦੇ ਨਾਲ ਸ਼ਾਹਜਹਾਂ ਸੈਂਟਰ ਨਹੀਂ ਜਿੱਤ ਸਕਿਆ, ਤੁਸੀਂ ਤਾਂ ਬਹੁਤ ਛੋਟੇ ਹੋ। ਨਾਹਕ ਦਵੈਸ਼ ਵਧਾਏ ਵਡੇਰਾ ਸਭ ਇਕੱਠੇ ਹੋਏ ਪਾਇਓ ਚੇਰਾ। ਨਾਹਕ ਬਿਨਾਂ ਕਿਸੇ ਖਾਸ ਕਾਰਨ ਦੇ ਗੁਰੂ ਸਾਹਿਬ ਨੇ ਕਿਸੇ ਨੂੰ ਜਾ ਕੇ ਦੁੱਖ ਤਾਂ ਨਹੀਂ ਦਿੱਤਾ। ਜੇ ਕਿਤੇ ਪਿਆਰ ਪਾ ਲੈਂਦੇ ਤੇ ਪਾਤਸ਼ਾਹ ਇਹਨਾਂ ਨੂੰ ਪੱਕੇ ਰਾਜੇ ਬਣਾ ਜਾਂਦੇ, ਕੋ ਸਤਨਾਮ ਸ੍ਰੀ ਵਾਹਿਗੁਰੂ। ਪਰ ਇਹਨਾਂ ਨੇ ਆਪਣੀ ਹੈਂਕੜੀ ਰੱਖੀ। ਪਾਤਸ਼ਾਹ ਨੇ ਕਿਹਾ ਅੰਮ੍ਰਿਤ ਛਕ ਲਓ, ਕਹਿੰਦੇ ਛਕ ਲਵਾਂਗੇ ਪਰ ਕੱਲਿਆਂ ਨੂੰ ਛਕਾ ਦਿਓ, ਤੇ ਬਾਕੀ ਅਸੀਂ ਦੋਦੀ ਆਪਣੀ ਬੋਦੀ ਤੇ ਧੋਤੀ ਇਹ ਨਹੀਂ ਲਾਉਣੀ, ਜਨੇਊ ਨਹੀਂ ਲਾਉਣਾ। ਪਾਤਸ਼ਾਹ ਕਹਿੰਦੇ ਫੇਰ ਨਹੀਂ ਮਿਲਦਾ, ਐਡਾ ਸਸਤਾ ਵੀ ਹੈ ਨਹੀਂਗਾ ਵੀ ਆਈ ਦੇ ਦਈਏ। ਇਹ ਜਾਤਾਂ ਪਾਤਾਂ ਤਾਂ ਮੈਂ ਖਤਮ ਕਰਨੀ ਹੈ, ਜਿਹੜਾ ਅੰਮ੍ਰਿਤ ਛਕੇਗਾ ਉਹਦੀ ਕੋਈ ਜਾਤ ਨਹੀਂ ਰਹੇਗੀ। ਉਹ ਕਹਿੰਦੇ ਅਸੀਂ ਜਾਤ ਪਾਤ ਛੱਡਣੀ ਨਹੀਂ। ਇਸ ਕਰਕੇ ਇਹ ਹੰਕਾਰੀ ਲੋਕ ਜਿਹੜੇ ਹਨ ਬਿਨਾਂ ਕਿਸੇ ਕਾਰਨ ਫਜ਼ੂਲ ਵਿੱਚ ਹੀ ਗੁਰੂ ਘਰ ਨਾਲ ਈਰਖਾ ਵਧਾ ਕੇ ਬੈਠ ਗਏ ਹੋ ਸਾਰੇ ਤੁਸੀਂ। ਮਿਲਤ ਆਪਣੇ ਕਾਜ ਸਵਾਰਤਾ ਹੋਏ ਪੂਰਨ ਗੁਰਬਾਖ ਉਚਾਰਤਾ। ਔਰ ਜਿਹੜਾ ਇਹ ਗੁਰੂ ਨਾਨਕ ਦਾ ਘਰ ਹੈ ਨਾ, ਜੇ ਕਿਤੇ ਤੁਸੀਂ ਇਸ ਘਰ ਨਾਲ ਮਿਲ ਕੇ ਰਹਿੰਦੇ ਤੇ ਇਹਨਾਂ ਦੇ ਮੁਖ ਚੋਂ ਨਿਕਲੇ ਹੋਏ ਹਰੇਕ ਬਚਨ ਪੂਰੇ ਹੁੰਦੇ ਐ, ਤੁਸੀਂ ਇਹਨਾਂ ਤੋਂ ਕਿੰਨੇ ਆਪਣੇ ਕੰਮ ਸਵਾਰ ਸਕਦੇ ਸੀ। ਜਮੋ ਸਕੇ ਲਸਮਹੁਲ ਰਾਵਹ ਸਾਬਰ ਲਾਏ ਫਤਿਹ ਤਮ ਪਾਵਹ। ਸਾਰੀ ਸੈਨਾ ਇਕੱਠੀ ਕਰਕੇ ਵੀ ਤੁਸੀਂ ਗੁਰੂ ਸਾਹਿਬ ਨੂੰ ਸਾਰੀ ਤਾਕਤ ਲਾ ਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ। ਚਿਤ ਦਸਤੇ ਗੁਰ ਕਾ ਨਿਕਸਾਵਹ ਹੋਏ ਨਚੰਤ ਤਮ ਗ੍ਰਾਮ ਬਸਾਵਹ। ਇਧਰੋਂ ਤੁਸੀਂ ਗੁਰੂ ਸਾਹਿਬ ਨੂੰ ਸੋਚ ਰਹੇ ਹੋ ਕੱਢ ਦੇਾਂਗੇ, ਨਿਸ਼ਚਿੰਤ ਹੋ ਕੇ ਇੱਥੇ ਨਗਰ ਵਸਾ ਲਵਾਂਗੇ। ਇਹ ਸਭ ਝੂਠ ਨ ਲੇਵਹ ਕੈਸੇ ਭਗਵੰਤਨ ਸੁਰ ਪਰ ਨਹ ਜੈਸੇ। ਔਰ ਇਹ ਗੱਲ ਤੁਹਾਡਾ ਸੁਪਨਾ ਹੀ ਰਹਿ ਜਾਣਾ ਹੈ। ਨਰ ਚਾਹਤ ਕਛ ਔਰੈ ਕੀ ਔਰੈ ਭਈ ਚਿਤਵਤ ਰਿਓ ਠਗੌਰ ਨਾਨਕ ਫਾਂਸੀ ਗਲ ਪਰੀ। ਇਸ ਕਰਕੇ ਇਹ ਤੁਹਾਡੀ ਸੋਚ ਪੂਰੀ ਨਹੀਂ ਹੋ ਸਕਦੀ, ਇਹ ਤੁਹਾਡੀ ਇੱਛਾ ਪੂਰੀ ਨਹੀਂ ਹੋ ਸਕਦੀ, ਤੁਸੀਂ ਨਹੀਂ ਜਿੱਤ ਸਕਦੇ। ਜਿਸ ਤਰ੍ਹਾਂ ਪਾਪੀ ਸਵਰਗਾਂ ਦੇ ਇੰਦਰ ਵਰਗੇ ਰਾਜੇ ਵੀ ਨਹੀਂ ਜਿੱਤ ਸਕੇ। ਆਪੇ ਮੇਲ ਕਰ ਸੁਖ ਪਾਵਾ ਸ੍ਰਹਿ ਸਹਿਤ ਨਿਜ ਸਦਨ ਸਦਾਵਾ। ਹਜੇ ਵੀ ਸਮਾਂ, ਤੁਸੀਂ ਨਾਰਮਲ ਹੋ ਕੇ ਨਰਮ ਹੋ ਕੇ ਗੁਰੂ ਸਾਹਿਬ ਦੇ ਚਰਨੀ ਜਾ ਪਾਓ, ਮਾਫੀ ਮੰਗ ਲਓ ਤੇ ਗੁਰੂ ਸਾਹਿਬ ਤੁਹਾਨੂੰ ਮਾਫ ਕਰ ਦੇਣਗੇ ਤੇ ਸੁੱਖ ਨਾਲ ਘਰੇ ਚਲੇ ਜਾਓ ਆਪਦੇ। ਸੁਣ ਮੰਡਸ ਪਾਤਾ ਤੇ ਅਸਬਾਨੀ ਰਿਸਿਆ ਕੇਸਰੀ ਚੰਦ ਬਖਾਨੀ। ਔਰ ਮੰਡੀ ਦੇ ਸਕੇਤ ਮੰਡੀ ਦੇ ਇਸ ਰਾਜੇ ਦੀ ਸਲਾਹ ਸੁਣ ਕੇ ਗੁਰੂ ਪਿਆਰਿਓ ਕੇਸਰੀ ਚੰਦ ਨੂੰ ਗੁੱਸਾ ਆ ਗਿਆ। ਕਿਆ ਮਤ ਦੇਤਾ ਕਾ ਤੁਰਨ ਕੇਰੀ ਗੁਰ ਪੱਖੀ ਬਹੁਤਾ ਲਖੀਅਤ ਤੇਰੀ। ਗੁੱਸੇ 'ਚ ਲੜ ਪਿਆ ਮੰਡੀ ਦੇ ਰਾਜੇ ਨਾਲ, ਕਹਿੰਦਾ ਕੀ ਤੂੰ ਕੈਰਾਂ ਵਾਲੀਆਂ ਸਲਾਹਾਂ ਦਿੰਦਾ ਸਾਨੂੰ, ਲੱਗਦਾ ਤੂੰ ਵੀ ਗੁਰੂ ਗੋਬਿੰਦ ਸਿੰਘ ਨਾਲ ਰਲਿਆ ਹੋਇਆ ਹੈ। ਰਾਤ ਹੋਤ ਹੈ ਰਹਰਨ ਮੇਰਾ ਲਹਿ ਸਭ ਕੋ ਦਲ ਸੰਗ ਕਨੇਰਾ। ਬਸ ਦਿਨ ਚੜ ਜਾਣ ਦੇ ਮਾੜਾ ਜਾ, ਔਰ ਫਿਰ ਦੇਖੀ ਮੇਰਾ ਜੰਗ
ਮੈਂ ਕਿਵੇਂ ਗੁਰੂ ਨੂੰ ਜਿੱਤਦਾ ਹਾਂ। ਰਾਵਸਤਨ ਤੇ ਪੂਰਵ ਜਾਵੈ ਜਿਨਹ ਲੋਗੜ ਤੋੜਹਿ ਤਵੈ। ਮੈਂ ਦਿਨ ਛਿਪਦੇ ਤੋਂ ਪਹਿਲਾਂ ਪਹਿਲਾਂ ਲੋਹਗੜ ਦਾ ਕਿਲਾ ਤੋੜ ਕੇ ਵਿੱਚ ਵੜ ਜਾਣਾ। ਤੋੜ ਜਪਤ ਤੇ ਜਨਮਿਓ ਨਾਹੀ ਮੁਖ ਨਾ ਦਿਖਾਵੋ ਰਾਜਨ ਮਾਹੀ। ਜਾ ਵਗ ਜਾ, ਤੂੰ ਪਿਓ ਦਾ ਪੁੱਤਰ ਨਹੀਂ ਹੈਗਾ। ਕੇਸਰੀ ਚੰਦ ਸਕੇਤ ਮੰਡੀ ਦੇ ਰਾਜੇ ਨੂੰ ਕਹਿੰਦਾ ਗੁੱਸੇ ਚ ਆ ਕੇ, ਜਾ ਵਗ ਜਾ, ਤੂੰ ਤੈਨੂੰ ਕੋਈ ਅਣਖ ਨਹੀਂ ਹੈ, ਮੈਨੂੰ ਲੱਗਦਾ ਤੂੰ ਰਾਜੇ ਦਾ ਪੁੱਤਰ ਹੀ ਨਹੀਂ ਹੈ। ਸਾਲਕ ਰਾਮ ਅਵ ਗਿਆ ਦੋਸ਼ ਲਗੈ ਮੋਹਿ ਜੇ ਹਟ ਹਾਰਸ। ਔਰ ਇਹ ਬ੍ਰਾਹਮਣ ਕਹਿਣ ਲੱਗੇ ਆ, ਕੇਸਰੀ ਚੰਦ ਦੇ ਪਹਾੜੀ ਰਾਜੇ ਸਾਹਿਬ ਬ੍ਰਾਹਮਣ ਹੈ, ਸਾਲਗਰਾ ਮੂਰਤੀਆਂ ਨੂੰ ਪੂਜਣ ਵਾਲੇ। ਕਹਿਣ ਲੱਗੇ ਆ ਫਿਰ ਮੈਂ ਰਾਜਿਆਂ ਨੂੰ ਆਪਣਾ ਮੂੰਹ ਨਹੀਂ ਵਿਖਾਵਾਂਗਾ। ਮੈਂ ਸਹੁੰ ਖਾਂਦਾ ਹਾਂ ਸਾਲਗਰਾਮ ਦੀ, ਮੈਂ ਸਹੁੰ ਖਾਂਦਾ ਹਾਂ ਕਿ ਜੇ ਮੈਂ ਹਾਰ ਗਿਆ ਤੇ ਰਾਜਿਆਂ ਨੂੰ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾਵਾਂਗਾ, ਮੈਂ ਆਪਣੇ ਗੁੱਸੇ ਤੋਂ ਪਿੱਛੇ ਹਟ ਜਾਵਾਂਗਾ। ਲਾਤ ਪ੍ਰਾਹਨ ਕਰ ਹੈ ਜੋ ਤੇਨਾ ਵਰਜੈ ਵੇਦਨ ਵਿਦਿਆ ਤੈਨਾ। ਕਹਿਣ ਲੱਗਿਆ ਮੇਰੇ ਤੇ ਗਊ ਮਾਰਨ ਦਾ ਦੋਸ਼ ਲੱਗੇ ਔਰ ਵੇਦਾਂ ਨੂੰ ਵਿਦਿਆ ਨੂੰ ਪੜਨ ਤੋਂ ਹਟਾਉਣ ਦਾ ਦੋਸ਼ ਲੱਗੇ, ਮੈਂ ਦੋਸ਼ੀ ਹੋਵਾਂ। ਦੇਹ ਸਤੀ ਕਾ ਪਤਵਤ ਟਾਰੇ ਗਨ ਦੇਵਨ ਕੀ ਨਿੰਦ ਉਚਾਰੇ। ਕਹਿਣ ਲੱਗਿਆ ਪਤੀ ਵਰਤਾ ਦਾ ਵਰਤ ਭੰਗ ਕਰਨ ਦਾ ਦੋਸ਼ ਮੈਨੂੰ ਲੱਗ ਜਾਵੇ, ਦੇਵਤਿਆਂ ਦੀ ਨਿੰਦਿਆ ਕਰਨ ਦਾ ਦੋਸ਼ ਮੈਨੂੰ ਲੱਗ ਜਾਵੇ। ਕਨਿਆ ਮਾਰਨ ਦੇਜਾ ਸੰਘਾਰਨ ਕਰਨ ਸੰਤ ਸੋ ਦਰੋਹ ਅਕਾਰਨ। ਇਹ ਵੱਡੇ ਪਾਪ ਹਨ। ਪਾਤਸ਼ਾਹ ਨੇ ਬਾਣੀ ਵਿੱਚ ਵੀ ਲਿਖਿਆ ਹੈ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ। ਇਹ ਵੱਡੇ ਦੋਸ਼ ਹਿੰਦੂ ਮਤ ਨੇ ਮੰਨੇ ਹਨ। ਕਹਿੰਦਾ ਮੈਨੂੰ ਇਹ ਸਾਰੇ ਦੋਸ਼ ਲੱਗ ਜਾਣ ਮੈਨੂੰ, ਜੇ ਮੈਂ ਹੁਣ ਲੋਹਗੜ੍ਹ ਵੱਲੋਂ ਮੂੰਹ ਮੋੜਾਂ ਡਰਦਾ ਹੋਇਆ। ਕਹਿੰਦਾ ਮੈਂ ਤਾਂ ਉਧਰ ਜਾਊਂਗਾ ਸਿੱਧਾ, ਹੁਣ ਮੈਂ ਪਿੱਛੇ ਨਹੀਂ ਹਟਾਂਗਾ। ਇਹ ਸਾਰੇ ਪਾਪ ਮੇਰੇ ਸਿਰ ਤੇ ਭਾਵੇਂ ਚੜ ਜਾਣ ਪਰ ਮੈਂ ਜਾਊਂਗਾ। ਚਲਤ ਲੋਗੜ ਤੇ ਮੁਖ ਫੇਰੇ ਐਸਾ ਪਾਪ ਚੜ੍ਹੈ ਸਿਰ ਮੇਰੇ। ਕਹਿੰਦਾ ਬਸ ਮੈਂ ਜਿਹੜੀ ਸਲਾਹ ਕਰ ਲਈ ਮੈਂ ਲੋਹਗੜ੍ਹ ਵੱਲ ਜਾਊਂਗਾ। ਇਹ ਸਾਰੇ ਪਾਪ ਮੈਨੂੰ ਲੱਗ ਜਾਣ ਜੇ ਮੈਂ ਲੋਹਗੜ੍ਹ ਵੱਲੋਂ ਮੂੰਹ ਮੋੜਾਂ। ਕਹਾ ਖਾਲਸਾ ਸਿੰਘ ਜੋ ਥੋਰੇ ਦੇਖੋ ਦਲ ਬੇਲੰਦ ਨਿਜ ਔਰੇ। ਯਾਰ ਝਾਕੋ ਤਾਂ ਸਹੀ, ਤੁਹਾਡੀ ਆਪਣੀ ਫੌਜ ਕਿੰਨੀ ਹੈ? ਉਹ ਥੋੜੇ ਜਿਹੇ ਸਿੱਖ ਕਿਲੇ ਦੇ ਵਿੱਚ ਬੈਠੇ ਐ, ਜਦ ਕਿਲਾ ਭੰਨ ਲਿਆ ਤੇ ਫੇਰ ਆਪਣਾ ਕੀ ਵਿਗਾੜ ਸਕਦੇ ਐ? ਕੇਸਰੀ ਚੰਦ ਬੜੇ ਹੰਕਾਰ ਦੇ ਵਿੱਚ ਬੋਲ ਰਿਹਾ ਹੈ, ਥੋੜੇ ਜਿਹੇ ਸਿੱਖ ਹਨ ਕਿੰਨੇ ਕ। ਆਟੇ ਵਿਖੈ ਮੇਲੀ ਅਸਲੋਨਾ ਅੰਤਰ ਇਤੋ ਲਖੈ ਨਹਿ ਕੌਣ। ਉਹ ਤਾਂ ਆਟੇ 'ਚ ਨੂਣ ਸਮਾਨ ਹਨ ਸਾਰੇ। ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਹਜੇ ਵੀ ਹੈਗੇ ਆ। ਕੀ ਹੋ ਗਿਆ ਅਜੇ ਸਾਡੇ ਹਜ਼ਾਰਾਂ ਫੌਜੀ ਮਾਰੇ ਗਏ, ਪਰ ਉਹ ਤਾਂ ਆਟੇ 'ਚ ਨੂਣ ਹੈ। ਇੱਕ ਵਾਰੀ ਲੋਹਗੜ੍ਹ ਦਾ ਕਿਲਾ ਹਾਥੀ ਤੋਂ ਚੋਟ ਮਰਵਾ ਕੇ ਟੱਕਰ ਮਰਵਾ ਕੇ ਭੰਨ ਲਈਏ, ਫਿਰ ਉੱਥੋਂ ਰਸਤਾ ਬਣ ਜੂ ਆਨੰਦਪੁਰ 'ਚ ਵੜਨ ਦਾ। ਇਕੱਠੇ ਹੋਏ ਨ ਕਰੀ ਲੜਾਈ ਦੂਰ ਦੂਰ ਸਗਰੀ ਬਸਰਾਈ। ਐਵੇਂ ਫੌਜ ਦੂਰ ਦੂਰ ਤੱਕ ਖੜਿਆ ਸਕੀ ਹੈ। ਤੁਸੀਂ ਇਕੱਠੇ ਕਰੋ ਫੌਜ ਸਾਰੀ, ਮੈਂ ਲੱਗੂੰਗਾ ਮੂਹਰੇ ਹਾਥੀ ਤੇ ਬੈਠ ਕੇ ਤੇ ਮੇਰੇ ਮਗਰ ਸਾਰੇ ਆ ਜਿਓ ਸ਼ਸਤਰ ਲੈ ਕੇ, ਤੇ ਹਾਥੀ ਨੇ ਕਿਲੇ ਦਾ ਗੇਟ ਭੰਨ ਦੇਣਾ ਤੇ ਆਪਾਂ ਹਮਲਾ ਬੋਲ ਕੇ ਅੰਦਰ ਵੜ ਜਾਣਾ। ਇੱਕ ਥਲ ਸਿੰਘ ਮਿਲੈ ਤਵ ਲਰੈ ਉੱਪਰ ਆਨ ਹੇਲ ਕੋ ਕਰੈ। ਜੇ ਅਸੀਂ ਇਕੱਠੇ ਹੋ ਕੇ ਇੱਕ ਪਾਸੇ ਹਮਲਾ ਕਰੀਏ ਤੇ ਸਿੰਘ ਵੀ ਉਸ ਪਾਸੇ ਆ ਜਾਣਗੇ ਤੇ ਅਸੀਂ ਉਹਨਾਂ ਨੂੰ ਜਿੱਤ ਲਵਾਂਗੇ ਹੱਲਾ ਕਰਕੇ। ਅਤੇ ਲੇਤਾ ਫਨ ਬਰਾਬਰ ਜਾਵੈ ਲਾਏ ਕਾਤ ਚੋਰਨ ਜਿਮਤਾਵੈ। ਔਰ ਇਸ ਤਰ੍ਹਾਂ ਘਾਤ ਲਾ ਕੇ ਦਾ ਬਣਾ ਕੇ ਅਸੀਂ ਲੋਹਗੜ੍ਹ ਦੇ ਕਿਲੇ ਦਾ ਗੇਟ ਭੰਨ ਕੇ ਇਧਰੋਂ ਮੋਰਾ ਕਰ ਲਵਾਂਗੇ, ਰਸਤਾ ਕਰ ਲਵਾਂਗੇ। ਔਰ ਸਿੰਘ ਵੀ ਲੋਹਗੜ੍ਹ ਵੱਲ ਆਉਣਗੇ, ਥੋੜੇ ਜਿਹੇ ਤਾਂ ਹੈਗੇ ਆ, ਆਪਾਂ ਨੱਪ ਲੈਣੇ ਆ। ਭੀਮ ਚੰਦ ਕੋ ਹਿਰਦੈ ਆਨੰਦ ਸਾਧ ਸਾਧ ਤੂੰ ਵੀਰ ਬਲੰਦ। ਔਰ ਕੇਸਰੀ ਚੰਦ ਨੂੰ ਸ਼ਾਬਾਸ਼ ਦਿੱਤੀ ਹੈ। ਭੀਮ ਚੰਦ ਨੇ ਕਹਿੰਦੇ ਵਾਹ ਬਈ ਵਾਹ, ਤੇਰਾ ਦਿਮਾਗ ਬੜਾ ਤੇਜ਼ ਹੈ, ਵਾਕਿਆ ਇਸ ਢੰਗ ਨਾਲ ਆਪਾਂ ਜਿੱਤ ਸਕਦੇ ਹਾਂ। ਅਬੈ ਨਹੀਂ ਪ੍ਰਸਾਰਥਾ ਕਰੈ ਹਤੇਰ ਪੰਨਾ ਜਬ ਕਬ ਤੂੰ ਲਰੈ। ਵਾਕਿਆ ਹੀ ਤੂੰ ਕੋਈ ਅੱਜ ਦਾ ਥੋੜਾ ਹੀ ਉਦਮ ਕਰ ਰਿਹਾ ਹੈ,
ਪਹਿਲਾਂ ਵੀ ਜਦੋਂ ਜਦੋਂ ਭੀੜ ਬਣੀ ਹੈ ਤੇਰੇ ਕਰਕੇ ਜਿੱਤੇ ਗਏ ਆ। ਥੋੜੀ ਜੀ ਹਵਾ ਵੀ ਭਰ ਦਿੱਤੀ ਆ ਕੇਸਰੀ ਚੰਦ ਨੂੰ। ਪਰ ਕੇਰਾ ਅਬ ਦੇਹੋ ਹਟਾਏ ਕਰ ਸਕੇਲਨ ਦਲ ਸਮਦਾਏ। ਠੀਕ ਆ ਮਿੱਤਰੋ, ਸਾਰੀ ਫੌਜ ਇਕੱਠੀ ਕਰ ਲਓ, ਜਿਹੜੀ ਖਿੰਡੀ ਹੋਈ ਆ ਆਨੰਦਪੁਰ ਦੇ ਆਸੇ ਪਾਸੇ ਸਾਰੀ ਇਕੱਠੀ ਕਰ ਲਓ ਤੇ ਕੇਸਰੀ ਚੰਦ ਦੇ ਮਗਰ ਚੱਲੋ ਜਿਵੇਂ ਕਹਿੰਦਾ। ਪਰ ਕੇਰਾ ਅਬ ਦੇਹੋ ਹਟਾਏ ਕਰ ਸਕੇਲਨ ਦਲ ਸਮਦਾਏ। ਘੇਰਾ ਖਤਮ ਕਰਕੇ ਸਾਰੀ ਫੌਜ ਇਕੱਠੀ ਕਰ ਲਓ ਜੀ। ਆਸ਼ੀ ਲਾਗੈ ਮਸਲਤ ਥੋਰੀ ਲਿਹੋ ਕਾਲ ਇਸ ਗੜ ਕੋ ਤੋਰੀ। ਬਸ ਠੀਕ ਹੈ, ਅੱਜ ਤਾਂ ਹੁਣ ਦਿਨ ਛਿਪਣ ਵਾਲਾ, ਕੱਲ ਦਿਨ ਚੜ੍ਹਦੇ ਦੇ ਨਾਲ ਹੀ ਆਪਾਂ ਇਹ ਕਾਰਜ ਕਰਨਾ ਹੈ। ਔਰ ਘੇਰਾ ਖਤਮ ਕਰੋ, ਸਾਰੀ ਫੌਜ ਇਕੱਠੀ ਕਰੋ ਤੇ ਕੱਲ ਨੂੰ ਆਪਾਂ ਇਹ ਲੋਹਗੜ੍ਹ ਦਾ ਕਿਲਾ ਆਨੰਦ ਸਿੰਘਾਂ ਦਾ ਭੰਨ ਲੈਣਾ। ਅਵਹੀ ਤੇ ਦੇਹ ਤੇਜ ਮਸਾਲੇ ਮਦ ਪਿਲਾਏ ਕਰ ਪ੍ਰਾਤ ਵਿਸਾਲੇ। ਲੋ ਵੀ ਹਾਥੀ ਨੂੰ ਤਿਆਰ ਕਰੋ, ਤੇਜ ਮਸਾਲੇ ਭਾਵ ਸ਼ਰਾਬ ਕੱਢਣ ਵਾਲੇ ਮਸਾਲੇ, ਭਾਵ ਤੇਜ ਸ਼ਰਾਬ ਤਿਆਰ ਕਰੋ ਤੇ ਹਾਥੀ ਨੂੰ ਪਿਆਓ, ਤਿਆਰ ਕਰ ਲੋ ਤੜਕੇ ਤੱਕ ਪੂਰਾ ਮਸਤ ਹੋ ਜਾਵੇ। ਲੈ ਸੰਗਰਾ ਦਲ ਹੋ ਪਿਸ਼ਾਰੀ ਸੰਘਾਰ ਜੋ ਆਏ ਅਗਾਰੀ। ਔਰ ਹਾਥੀ ਨੂੰ ਮੂਹਰੇ ਲਾ ਕੇ ਤੇ ਆਪਾਂ ਚਾਹਾਂਗੇ ਮਗਰ, ਤੇ ਫਿਰ ਜਿਹੜਾ ਮੂਹਰੇ ਸਿੱਖ ਆਊਗਾ ਉਹਨੂੰ ਮਾਰਦੇ ਜਾਇਓ। ਏਕ ਤਾਨ ਹੈ ਪੰਚ ਹਸਾਰੇ ਇਮਲੀ ਜੋ ਗੜ ਤੋੜ ਸਕਾਰੇ। ਔਰ ਇੱਕ ਜੋਸ਼ ਬਣਾ ਕੇ, ਇੱਕ ਜ਼ੋਰ ਬਣਾ ਕੇ, ਇੱਕ ਤਾਕਤ ਕਰਕੇ ਸਾਰੇ ਇਕੱਠੇ ਹੋ ਕੇ ਆਪਾਂ ਹਾਥੀ ਦੇ ਮਗਰ ਚੱਲਾਂਗੇ ਤੇ ਇਉਂ ਕਿਲੇ ਨੂੰ ਤੋੜ ਕੇ ਵਿੱਚ ਵੜ ਜਾਵਾਂਗੇ। ਫੇਰ ਕਾਲ ਸਮੀਪ ਮਰਨ ਕਾ ਕੀਨ ਕੇਸਰੀ ਚੰਦ ਪਰਨ ਕਾ। ਔਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਜਾਂ ਫਿਰ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਰਾਮ ਕੋਇਰ ਜੀ ਬਾਬੇ ਬੁੱਢੇ ਕਿਆਂ ਨੇ ਸਾਰਾ ਇਤਿਹਾਸ ਲਿਖਵਾਇਆ ਸਾਨੂੰ। ਸਿੰਘਾਂ ਨੇ ਬੇਨਤੀ ਕੀਤੀ ਜਾ ਕੇ ਬਾਬਾ ਬੁੱਢੇ ਕਿਆਂ ਨੂੰ ਕਿ ਮਹਾਰਾਜ ਜੀ ਸਾਨੂੰ ਗੁਰੂਆਂ ਦਾ ਇਤਿਹਾਸ ਲਿਖਾਓ। ਉਹ ਕਹਿਣ ਲੱਗੇ ਮੈਂ ਕਿਵੇਂ ਲਿਖਾਵਾਂ? ਤਾਂ ਹੁਕਮ ਹੋਇਆ, ਸੰਗਤ ਨੇ ਬੇਨਤੀ ਕੀਤੀ, ਬਾਬੇ ਨਾਨਕ ਦਾ ਬਚਨ ਹੈ ਬਾਬੇ ਬੁੱਢੇ ਨੂੰ ਕਿ ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ। ਤਾਂ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਅਸਲ ਦੇ ਵਿੱਚ ਇਹ ਕਾਲ ਨੇ ਕੇਸਰੀ ਚੰਦ ਨੂੰ ਆਪਣੇ ਵੱਲ ਬੁਲਾਇਆ ਮਾਰਨ ਦੇ ਲਈ। ਤਿਆਰੀ ਕਰਨ ਲਗਿਓ ਕਹਿਲੂਰੀ ਲਖੈ ਕਹੋ ਹੈ ਲਾਲਸਾ ਪੂਰੀ। ਇਹੋ ਭੀਮ ਚੰਦ ਕਹਿਲੂਰੀਆ ਰਾਜਾ ਤਿਆਰੀ ਕਰਾਉਣ ਲੱਗਿਆ। ਉਹ ਜਿਹੜਾ ਹਾਥੀ ਸ਼ਰਾਬ ਪੀਂਦਾ ਸੀਗਾ, ਪਹਿਲਾਂ ਤੋਂ ਲਾਇਆ ਹੋਇਆ ਸੀ ਸ਼ਰਾਬ ਤੇ ਉਹ, ਤੇ ਅੱਜ ਉਸ ਨੂੰ ਰਾਤ ਨੂੰ ਖੂਬ ਤੇਜ਼ ਮਸਾਲਿਆਂ ਵਾਲੀ ਸ਼ਰਾਬ ਪਿਆਉਣੀ ਸ਼ੁਰੂ ਕੀਤੀ ਹੈ। ਜਹ ਕੈ ਡੇਰਨ ਮਹਿ ਨਰ ਫੇਰਾ ਇਕੱਠੇ ਹੋਏ ਤਿਆਗ ਦੇਹੁ ਕੇਰਾ। ਔਰ ਜਿਹੜੇ ਲੋਕ ਖਿੰਡੇ ਹੋਏ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਆਸੇ ਪਾਸੇ, ਸਾਰਿਆਂ ਨੂੰ ਘੋੜ ਸਵਾਰ ਨੇ ਜਾ ਕੇ ਸੁਨੇਹਾ ਦਿੱਤਾ ਹੈ ਬਈ ਸਾਰੇ ਦੱਖਣ ਵਾਲੇ ਪਾਸੇ, ਲੋਹਗੜ੍ਹ ਵਾਲੇ ਪਾਸੇ ਕਿਲੇ ਕੰਨੀ ਆ ਜਾਓ, ਘੇਰਾ ਛੱਡ ਦਿਓ ਹੁਣ। ਵੇਲਾ ਕਰ ਹੈ ਬਣ ਹੈ ਸੁਖਦਾਈ ਲਿਹੋ ਲੋਹਗੜ੍ਹ ਕੋ ਛੁਟਵਾਈ। ਆਪਾਂ ਲੋਹਗੜ੍ਹ ਵਾਲੇ ਪਾਸੇ ਦੀ ਆਨੰਦਪੁਰ ਚ ਵੜਾਂਗੇ, ਘੇਰਾ ਛੱਡ ਕੇ ਸਾਰੇ ਇਕੱਠੇ ਹੋ ਕੇ ਲੋਹਗੜ੍ਹ ਕਿਲੇ ਦੇ ਕੋਲ ਉਸ ਸਾਈਡ ਨੂੰ ਆ ਜਾਓ ਜੀ। ਪਾਛੇ ਸਾਵਾ ਸੋਖੈਨ ਹੋਏ ਜਾਈ ਗੁਰ ਗੋਬਿੰਦ ਸਿੰਘ ਦੇਹੋ ਬਲਾਈ। ਜੇ ਆਪਾਂ ਲੋਹਗੜ੍ਹ ਦਾ ਕਿਲਾ ਭੰਨ ਕੇ ਵਿੱਚ ਵੜ ਗਏ ਤੇ ਫਿਰ ਉੱਥੋਂ ਰਸਤਾ ਬਣ ਜਾਣਾ ਅਨੰਦਪੁਰ ਸਾਹਿਬ ਚ ਵੜਨ ਦਾ। ਬਸ ਫਿਰ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਦੇ ਸਿੱਖਾਂ ਨੂੰ ਅਨੰਦਪੁਰ ਚੋਂ ਭਜਾ ਦੇਵਾਂਗੇ। ਸਾਮੈ ਪ੍ਰਗਟ ਭਈ ਇਹ ਮਸਲਤਾ ਹੋਤ ਪ੍ਰਾਤ ਕੇ ਲਿਹਾ ਦਰਗਾਹਤ। ਸਾਰਿਆਂ ਨੂੰ ਇਹ ਸਲਾਹ ਦੱਸੀ ਗਈ ਹੈ ਕੇਸਰੀ ਚੰਦ ਦੀ ਕਿ ਕੱਲ ਨੂੰ ਦਿਨ ਚੜ੍ਹਦੇ ਦੇ ਨਾਲ ਆਪਾਂ ਲੋਹਗੜ੍ਹ ਦਾ ਕਿਲਾ ਹੱਥ ਭਾਵ ਤੋੜ ਲੈਣਾ ਹੈ। ਨਿਜ ਨਿਜ ਸਿਵਰ ਗਏ ਸਭ ਰਾਜੇ ਚਿਤਵਤ ਜਾਤ ਜੰਗ ਕੇ ਕਾਜੇ। ਹੁਣ ਸਾਰੇ ਰਾਜੇ ਬਈ ਸਲਾਹ ਕਰਕੇ ਆਪੋ ਆਪਣੀਆਂ ਫੌਜਾਂ ਵੱਲ ਚਲੇ ਗਏ ਹਨ। ਸੰਗਰ ਅੰਤ ਹੋਏ ਹੈ ਪ੍ਰਾਤੀ ਪ੍ਰਾਪਤ ਜੈ ਕੈ ਪ੍ਰਾਜੈ ਬਾਤੀ। ਔਰ ਗੱਲਾਂ ਕਰਦੇ ਐ ਕੱਲ ਨੂੰ ਐਸਾ ਭਿਆਨਕ ਜੰਗ ਹੋਣਾ ਹੈ ਕਿ ਸਾਡੀ ਜਿੱਤ ਹੋ ਜਾਣੀ ਹੈ। ਮੇਰੇ ਗਿਆ ਕੇਸਰੀ ਚੰਦ ਪਿਖ ਹਾਥੀ ਕੋ ਗਰਭ ਬਲੰਦਾ। ਔਰ ਕੇਸਰੀ ਚੰਦ ਨੂੰ ਬੜਾ ਹੰਕਾਰ ਹੈ ਤੇ ਉਸ ਹਾਥੀ ਤੇ ਬੜਾ ਮਾਣ ਹੈ ਜਿਸ ਹਾਥੀ ਨੂੰ ਇਹਨਾਂ ਨੇ ਸ਼ਰਾਬ ਤੇ ਗਝਾਇਆ ਹੋਇਆ ਹੈ। ਇਸ ਕਰਕੇ ਬੜੇ ਹੰਕਾਰ ਦੇ ਵਿੱਚ ਹਾਥੀ ਵੱਲ ਦੇਖਦਾ ਹੈ। ਗਿਰ ਕਾ ਸ੍ਰਿੰਗਾ ਮਨੋ ਬਲ ਭਾਰੀ ਖਰਾ ਝੂਲਤਾ ਬਾਲ ਬਹੁਤਾਰੀ। ਔਰ ਇਹ ਹਾਥੀ ਜਿਹੜਾ ਹੈ ਇੱਕ ਪਹਾੜ ਜਿੱਡਾ ਹਾਥੀ ਜਿਹੜਾ ਹੈ ਝੂਲ ਰਿਹਾ ਖੜਾ,
शराब पीती हुई है। तवे पलादी ढाल विसाला ले सके लिया नाए अताला। और केसरी चंद ने हाथी नूं ਸਿੰਘਾਂ ਦੇ ਸ਼ਸਤਰਾਂ ਚੋਂ ਬਚਾਉਣ ਲਈ ਫੁਲਾਦੀ ਤਵੇ ਦੇ ਮੋਟੇ ਤਵੇ ਲੋਹੇ ਦੇ ਮੰਗਵਾਉਣੇ ਕੀਤੇ। ਇਹਦੇ ਪੇਟ ਨੂੰ ਢੱਕ ਦਿਓ, ਇਹਦੇ ਮੱਥੇ ਨੂੰ ਢੱਕ ਦਿਓ, ਇਹਦੀ ਸਾਈਡਾਂ ਨੂੰ ਢੱਕ ਦਿਓ, ਕੋਈ ਥਾਂ ਖਾਲੀ ਨਾ ਛੱਡਿਓ ਤਾਂ ਕਿ ਇਹਦੇ ਕੋਈ ਜ਼ਖਮ ਨਾ ਹੋ ਸਕੇ, ਕਿਉਂਕਿ ਹਾਥੀ ਸਰੀਰ ਦਾ ਭਾਵੇਂ ਬਹੁਤ ਵੱਡਾ ਹੈ ਪਰ ਪੀੜ ਕੀੜੀ ਦੀ ਦੰਦੀ ਦੀ ਵੀ ਨਹੀਂ ਝੱਲਦਾ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਜੇ ਇਹਦੇ ਸੁੰਡ ਵਿੱਚ ਕੀੜੀ ਵੜ ਜਾਵੇ ਤਾਂ ਫਿਰ ਇਹ ਚੀਕਾਂ ਮਾਰਨ ਲੱਗ ਜਾਂਦਾ। ਪਰ ਇਹਨਾਂ ਗੱਲਾਂ ਦਾ ਇਹਨਾਂ ਨੂੰ ਪਤਾ ਨਹੀਂ ਹੈ। ਕੇਸਰੀ ਚੰਦ ਨੇ ਲੋਹੇ ਦੇ ਤਵੇ ਵੱਡੀਆਂ ਵੱਡੀਆਂ ਢਾਲਾਂ ਇਕੱਠੀਆਂ ਕਰਵਾਈਆਂ ਤੇ ਹਾਥੀ ਨੂੰ ਤਿਆਰ ਕਰਨ ਲੱਗੇ ਜੀ। ਸਾਰ ਬਾਰਨੀ ਬਹੁਤ ਮਗਾਈ ਆਪਰ ਬਸਤ ਆਨ ਸਮਦਾਈ। ਬਾਰਨੀ ਕਹਿੰਦੀ ਹੈ ਸ਼ਰਾਬ ਨੂੰ, ਸਾਰ ਬਾਰਨੀ ਪਹਿਲੇ ਤੋੜ ਦੀ ਸਪੈਸ਼ਲ ਤਿਆਰ ਕੀਤੀ ਗਈ ਹੈ ਸ਼ਰਾਬ ਹਾਥੀ ਨੂੰ ਪਿਆਉਣ ਵਾਸਤੇ। ਉਹ ਢੋਲਾਂ ਦੇ ਢੋਲ ਮੰਗਵਾ ਲਏ। ਦੋਹਰਾ ਲਰਤਾ ਚੌਗਿਰਦੇ ਮੋਰਚ ਉਠ ਨਾ ਲਗੇ ਜਿਸ ਕਾਲਾ। ਜਿਸ ਵੇਲੇ ਗੁਰੂ ਪਿਆਰਿਓ ਇਹ ਫੌਜੀ ਪਹਾੜੀਏ ਆਪਣੇ ਮੋਰਚਿਆਂ ਨੂੰ ਛੱਡ ਕੇ ਜਾਣ ਲੱਗੇ, ਸਿੰਘਾਂ ਨੇ ਦੇਖਿਆ ਵਾਲਾ ਬਮਣੀ ਖਾਲਸੇ ਕਸ ਕਸ ਤਜੇ ਉਤਾਲਾ। ਔਰ ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਤੇ ਮੋਰਚਿਆਂ ਤੇ ਖੜੇ ਸਿੰਘਾਂ ਨੇ ਆਪਣੀਆਂ ਬੰਦੂਕਾਂ ਚਲਾ ਕੇ ਇਹਨਾਂ ਜਾਂਦੇ ਜਾਂਦੇ ਪਹਾੜੀਆਂ ਨੂੰ ਮਾਰਨਾ ਕੀਤਾ ਹੈ ਜੀ। ਤਾਜਾ ਤਜ ਮੁਰਚਾ ਭਾਂਜੇ ਜਿਉਂ ਜਿਉਂ ਕਸ ਕਸ ਤਪਕ ਪਹਾਰੈ ਤਿਉਂ ਤਿਉਂ। ਔਰ ਜਿਵੇਂ ਜਿਵੇਂ ਆਪਣੇ ਮੋਰਚਿਆਂ ਚੋਂ ਨਿਕਲ ਕੇ ਇਹ ਇਕੱਠੇ ਹੋਣ ਵਾਸਤੇ ਲੋਹਗੜ੍ਹ ਦੇ ਵੱਲ ਨੂੰ ਜਾਂਦੇ ਹਨ, ਸਿੰਘ ਉੱਤੋਂ ਬੰਦੂਕਾਂ ਚਲਾ ਕੇ ਇਹਨਾਂ ਨੂੰ ਫੁੰਡਣ ਲੱਗੇ। ਲਗ ਲਗ ਗਲਕਾ ਕਾਲ ਹੋਏ ਕਾਵ ਕਥਾਏ ਕਿਤਕ ਮਰ ਸੋਏ। ਔਰ ਗੋਲੀਆਂ ਲੱਗ ਕੇ ਕਈ ਪਹਾੜੀ ਭੱਜਦੇ ਜ਼ਖਮੀ ਹੋ ਗਏ ਤੇ ਕਈਆਂ ਦੇ ਕੁਥਾਂ ਲੱਗੀ, ਸਿਰ 'ਚ ਲੱਗੀ, ਪੁੜਪੜੀ 'ਚ ਵੱਜੀ, ਉਹ ਕਈ ਮਰ ਵੀ ਗਏ ਜਾਂਦੇ ਜਾਂਦੇ। ਪਹੁੰਚੈ ਸਿੰਘ ਲੁੱਟ ਹੈ ਹਥਿਆਰ ਹੈ ਜਿਤ ਹੈ ਮਿਲੈ ਕਟਿਆ ਕਰ ਡਾਰ ਹੈ। ਔਰ ਸਿੰਘਾਂ ਨੇ ਵੇਖਿਆ ਵੀ ਇਹ ਭੱਜਣ ਕਿਉਂ ਲੱਗ ਪਏ ਚਾਰ ਛਪੇਰਿਓ। ਹਜੇ ਸਿੰਘਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ, ਪਰ ਸਿੰਘਾਂ ਨੇ ਵੇਖਿਆ ਸ਼ਾਇਦ ਇਹ ਡਰ ਗਏ। ਸਿੰਘਾਂ ਨੇ ਮਗਰ ਹਮਲਾ ਕੀਤਾ ਭੱਜਦਿਆਂ ਤੇ, ਔਰ ਇਹਨਾਂ ਕੋਲੋਂ ਹਥਿਆਰ ਖੋਲੇ, ਜਿਹੜਾ ਹੱਥ ਆ ਗਿਆ ਉਹਨੂੰ ਵੱਢ ਦਿੱਤਾ ਹੈ ਜੀ। ਗਈ ਗੁਰੂ ਡੇਗਾ ਸਦ ਤਬ ਸਾਰੀ ਤਜ ਤਜ ਮੁਰਚੇ ਜਾਤ ਪਹਾੜੀ। ਔਰ ਸਿੰਘਾਂ ਨੇ ਜਾ ਕੇ ਪਾਤਸ਼ਾਹ ਨੂੰ ਦੱਸਿਆ, ਮਹਾਰਾਜ ਇਹ ਪਹਾੜੀਏ ਮੋਰਚੇ ਛੱਡ ਕੇ ਕਿਉਂ ਜਾ ਰਹੇ ਐ? ਸ਼ਾਇਦ ਅਨੰਦਪੁਰ ਸਾਹਿਬ ਦਾ ਘੇਰਾ ਚੱਕ ਦਿੱਤਾ ਇਹਨਾਂ ਨੇ। ਬੜੇ ਮੋਰਚੇ ਹੈ ਜਿਸ ਥਾਨਾ ਤੈ ਤੈ ਥੇਰੇ ਬਣੇ ਸਭ ਤਾਨਾ। ਔਰ ਮਹਾਰਾਜ ਇਹ ਵੱਡੇ ਮੋਰਚਿਆਂ ਨੂੰ ਛੱਡ ਕੇ ਪਤਾ ਨਹੀਂ ਕਿੱਧਰ ਜਾ ਰਹੇ ਐ। ਘੇਰਾ ਦੋਪੁਰੀ ਕੋ ਛੋਰਾ ਕਾਲ ਲੋਹਗੜ ਔਰ ਹਜੋਰ। ਪਾਤਸ਼ਾਹ ਕਹਿੰਦੇ ਵੇਖੋ ਜਾਂਦੇ ਕਿੱਧਰ ਨੇ ਇਹ, ਤੇ ਦੱਸਿਆ ਸਿੰਘਾਂ ਨੇ, ਮਹਾਰਾਜ ਸਾਰੇ ਅਨੰਦਪੁਰ ਦਾ ਘੇਰਾ ਛੱਡ ਕੇ ਨਾ ਇਹ ਲੋਹਗੜ੍ਹ ਵਾਲੇ ਪਾਸੇ ਜਾ ਰਹੇ ਨੇ। ਇਤਨੇ ਮੈਂ ਗੋਪਾ ਜੋ ਹਲਕਾਰਾ ਗੁਰ ਡਿਗ ਆਏ ਬਿਰਤੰਤ ਉਚਾਰਾ। ਇਤਨੇ ਪਾਤਸ਼ਾਹ ਦਾ ਇੱਕ ਸੂਈਆ ਆ ਗਿਆ ਹੈ। ਪ੍ਰਭ ਜੀ ਆਹ ਬਹਿਰ ਸਦ ਜੈਸੇ ਸੁਨ ਪਿਖੇ ਮੈਂ ਕਹਾ ਹਾਂ ਤੈਸੇ। ਮਹਾਰਾਜ ਜੀ ਮੈਂ ਖਬਰ ਸੁਣ ਕੇ ਆਇਆ, ਜਿਵੇਂ ਮੈਂ ਸੁਣ ਕੇ ਆਇਆ ਸੁਣ ਲਓ। ਕਿ ਮਹਾਰਾਜ ਪਹਾੜੀਆਂ ਨੇ ਇੱਕ ਹਾਥੀ ਤਿਆਰ ਕੀਤਾ ਸ਼ਰਾਬ ਪਿਆ ਕੇ, ਤੇ ਕੱਲ ਨੂੰ ਤੜਕੇ ਆਪਣੇ ਲੋਹਗੜ੍ਹ ਦੇ ਕਿਲੇ ਦਾ ਗੇਟ ਭੰਨ ਕੇ ਫਿਰ ਉਧਰ ਦੀ ਆਨੰਦਪੁਰ ਦੇ ਵਿੱਚ ਵੜਨਗੇ। ਤੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੜਕੇ ਆਪਾਂ ਦੇਖਾਂਗੇ, ਆਪਣੇ ਕੋਲੇ ਵੀ ਹੈਗੇ ਆ ਹਾਥੀ ਇਹੋ ਜਿਹੇ। ਪੁੱਛਿਆ ਜੀ ਕਿਹੜਾ ਹਾਥੀ ਆ? ਕਹਿੰਦੇ ਆ ਦੁਨੀ ਚੰਦ, ਇਹਦਾ ਮੁਕਾਬਲਾ ਕਰਾਵਾਂਗੇ। ਵਿਚਾਰਾ ਦੁਨੀ ਚੰਦ ਤਾਂ ਸੁਣ ਕੇ ਕੰਬਣ ਲੱਗੇ ਆ। ਫਿਰ ਪਾਤਸ਼ਾਹ ਕੀ ਕਰਦੇ ਆ, ਜਾਂ ਦੁਨੀ ਚੰਦ ਜਾਂਦਾ ਹੈ ਜਾਂ ਕੋਈ ਹੋਰ ਜਾਂਦਾ ਹੈ, ਇਹ ਵਿਚਾਰਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनासा, हे पूरन हे सर्व मैं पंजन गुणतासा, हे संगी हे निरंकार, हे निर्गुण सवटेका, हे गोविंद हे गुण निधान, जाके सदा भवेका, हे अपरंपर हर हरे, है पिहोवनहारा, हे संत कै सदा संग, निदारा आधारा, हे ठाकुर होंदा सरो, निर्गुण गुण
ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲਾ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ, ਗੁਰਜਾ ਸਰਵਣ ਕੀਤਾ। ਆਓ ਕੀਰਤਨ ਦਾ ਸਮਾਂ ਹੋ ਰਿਹਾ, ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ